हेलो व्यूअर्स, हाउ यू। अज अफजल साहिर साहब साढ़े नाल ने, साढ़े दोस्त ने, मोहसिन ने, मेहरबान ने, इन्होंने वक्त कढ़े साढ़े वास्ते। और पंजाबी बोलना वैसे तो कोई आर नहीं, बड़ी मुहब्बत है, मेरी तो मादरी जुबान है, लेकिन इन्हों की वजह नाल जरा मैनूं ज़्यादा बोलनी पैनी है, तुहानूं बर्दाश्त करना पे, क्योंकि इन्हों दे नाल पंजाबी ना बोली जाए तो बहुत खुश होंगे, ने खुशमगीन नज़रां नाल वेखना शुरू कर देंगे। ब्रॉडकास्टर ने एक ज़माना इन्हां दा मद्दा है, 17 साल तो ब्रॉडकास्टिंग तो वाबस्ता ने, रेडियो तो तुसीं नाल सजंदे रहना, इन्हां दा प्रोग्राम वेखदे होवोगे, मौज मेला वेखदे होवोगे। और शायर तो माशाल्लाह है ने, शायरी असल पहचान इन्हां दी शायरी है, लेकिन ज़ाहिर है पंजाबी ज़ुबान तो शायद बाहर रहने वाले शायरी तो बहुत ज़्यादा वाकिफ नहीं होंगे। ऐसे मैं दस रहा कि ड्रामे लिखे ने, शायरी की है, अदब, थिएटर, हर जगह ते तबाह आजमाई की है और माशाल्लाह बड़ा नाम कमाया है अफजल साहिर भाई ने। अस्सलाम वालेकुम जनाब। अस्सलाम भाजी, ठीक अच्छा, हो? क्यों तुसी ये बदनाम क्यों है गए इस चीज़ कि तुसी पंजाबी शोविनिस्ट है हो? ना 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 अच्छा, मैं किसी तरह के शोविनिज्म नूं, फैशिज्म नूं, ईवन नैशनलिज्म नूं भी नहीं मैं मानदा। ਮੈਨੂੰ ਤੁਸੀਂ ਤੇ ਸ਼ੋਵਨਿਜ਼ਮ ਚ ਪਹੁੰਚਾਤਾ ਨਾ, ਸਿੱਧੀ ਛਾਲ ਮਾਰ ਕੇ। ਮੈਨੂੰ ਤੇ ਨੈਸ਼ਨਲਿਜ਼ਮ ਬਾਰੇ ਚ ਨਹੀਂ ਹੈ, ਮੈਂ ਤੇ ਵਰਲਡ ਸਿਟੀਜ਼ਨ ਹਾਂ, ਮੈਂ ਧਰਤੀ ਦਾ ਪੁੱਤਰ ਹਾਂ। ਹਾਂ, ਮੇਰੇ ਇੱਕ ਵਤਨ ਹੈ ਜਿੱਥੇ ਮੇਰਾ ਨਾੜੂ ਦੱਬਿਆ, ਨਾਫਾ ਤੇ ਨਾਭੀ ਜਿਹਨੂੰ ਅਸੀਂ ਕਹਿੰਦੇ ਹਾਂ। ਉੱਥੇ ਇੱਕ ਮੇਰੀ ਮਾਂ ਆ, ਮਾਂ ਦੀ ਇੱਕ ਬੋਲੀ ਹੈ, ਮੇਰੇ ਆਲੇ ਦੁਆਲੇ ਮੇਰੇ ਜੀ ਨੇ, ਘਰ ਦੇ ਨੇ, ਪਿੰਡ ਦੇ ਨੇ, ਆਲ ਦੁਆਲ ਦੇ ਨੇ, ਉਹਨਾਂ ਨਾਲ ਇੱਕ ਬੋਲੀ 'ਚ ਮੈਂ ਗੱਲ ਕਰਨਾ। ਉਸ ਬੋਲੀ ਦੀ ਇੱਕ ਲੰਬੀ ਚੌੜੀ ਤਵਾਰੀਖ ਹੈ, ਉਹਦੇ ਨਾਲ ਮੇਰਾ ਜ਼ੇਨ ਸਮਝ ਸ਼ਊਰ ਬਣਦਾ, ਉਹਦੇ ਨਾਲ ਮੇਰੀ ਜ਼ਿੰਦਗੀ ਨਾਲ, ਨੇਚਰ ਨਾਲ ਜੁੜਤ ਬਣਦੀ, ਹੋਰ ਜ਼ੁਬਾਨਾਂ ਨਾਲ, ਹੋਰ ਬੋਲੀਆਂ ਨਾਲ, ਹੋਰ ਕਲਚਰ ਨਾਲ ਜੁੜਤ ਬਣਦੀ। ਮੈਨੂੰ ਆਪਣੀ ਬੋਲੀ ਆ ਜਾਏ ਅਤੇ ਮੈਂ ਦੂਸਰੀਆਂ ਵੀ ਸਿੱਖਾਂ, ਮੈਂ ਆਪਣੀ ਵੀ ਬੋਲੀ ਦੀ ਰਿਸਪੈਕਟ ਕਰਨਾ, ਦੂਸਰਿਆਂ ਦੀ ਵੀ। ਅਤੇ ਲੇਕਿਨ ਸਾਡੇ ਨਾਲ ਪੰਜਾਬ ਦੇ ਨਾਲ ਇਹਦਾ ਥੋੜ੍ਹਾ ਜਿਹਾ ਹੱਥ ਹੋਇਆ, ਇਸ ਹੱਦ ਤੱਕ ਇਹਦਾ ਹੱਕ ਵੀ ਹੈ ਬੰਦੇ ਦਾ, ਇਹਦੇ ਵਿੱਚ ਕੋਈ ਸ਼ੋਵਨਿਜ਼ਮ ਨਹੀਂ ਹੈ। ਅਸਲ 'ਚ ਇਹ ਘੜਤਾਂ ਜੀ ਇੰਝ ਦੀਆਂ ਹੋ ਗਈਆਂ ਨੇ ਲਫ਼ਜ਼ਾਂ ਦੀਆਂ, ਟਰਮਾਂ ਦੀਆਂ ਵੀ, ਕਿ ਵੀ ਬੰਦੇ ਐਵੇਂ ਤੁਸੀਂ ਮੇਲ ਸ਼ੋਵਨਿਜ਼ਮ ਤੋਂ ਸ਼ੋਵਨਿਜ਼ਮ ਨਾ ਲਓ ਨਾ ਜ਼ਰਾ। ਮੈਂ ਸਿਰਫ ਇਹ ਕਹਿਣਾ ਚਾਹ ਰਿਹਾ ਸੀ, ਸ਼ੋਵਨਿਜ਼ਮ ਮੇਲ ਹੋਵੇ ਜਾਂ ਮੈਂ ਸਿਰਫ ਇਹ ਕਹਿਣਾ ਚਾਹ ਰਿਹਾ ਸੀ, ਤੁਸੀਂ ਪੰਜਾਬੀ ਜ਼ੁਬਾਨ ਦੇ ਉੱਤੇ ਇਸਰਾਰ ਜ਼ਿਆਦਾ ਕਰ ਰਹੇ ਹੋ, ਉਹਦੀ ਵਜ੍ਹਾ ਤੁਸੀਂ ਦੱਸ ਵੀ ਰਹੇ ਹੋ ਕੀ ਹੈਗੀ ਹੈ। ਨਹੀਂ, ਉਹ ਮੈਂ ਪੰਜਾਬੀਆਂ ਨੂੰ ਕਰਨਾ, ਮੈਂ ਗੈਰ ਪੰਜਾਬੀਆਂ ਨੂੰ ਨਹੀਂ ਕਰਦਾ। ਮੈਂ ਉਹਨਾਂ ਨੂੰ ਕਿਸੇ ਐਸੇ ਨੂੰ ਜਾ ਕੇ ਨਹੀਂ ਕਹਿੰਦਾ ਕਿ ਤੂੰ ਆਪਣੀ ਮਿੱਟੀ ਨਾਲ, ਆਪਣੇ ਕਲਚਰ ਨਾਲ, ਆਪਣੀ ਧਰਤੀ ਨਾਲ, ਮਾਂ ਨਾਲ, ਲੋਕਾਂ ਨਾਲ ਸੱਕਾ ਹੋ ਜਾ, ਸੱਚਾ ਹੋ ਜਾ, ਜਾਂ ਬੋਲ ਲਿਆ ਕਰ, ਭਾਵੇਂ ਤੇਰਾ ਮੁਹਾਵਰਾ ਵਿਗੜ ਵੀ ਗਿਆ, ਲੇਕਿਨ ਉਹਨਾਂ ਪਿਓਰ ਈਜ਼ੀ ਸੌਖਾ ਜਿਹਾ ਰਹੇਗਾ। ਉਹ ਮੈਂ ਵੇਖਿਆ, ਮੈਂ ਹੋਰ ਉਰਦੂ ਸਪੀਕਿੰਗ ਆ ਜਾਏ, ਕੋਈ ਹੋਰ ਬੋਲੀ ਵਾਲਾ ਆ ਜਾਏ, ਉੱਥੇ ਤਾਂ ਮੈਂ ਨਹੀਂ ਇਹ ਕਰਾਂਗਾ, ਇਹ ਮੈਨੂੰ ਆਪਣਿਆਂ ਦੇ ਨਾਲ ਹੀ। ਅੱਛਾ, ਤੁਸੀਂ ਉਰਦੂ ਸ਼ਾਇਰੀ ਕਿਉਂ ਨਹੀਂ ਕਰਦੇ? ਵਾਹ 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 ਵਾਹ, ਇਹ ਤੁਸੀਂ ਸਿੱਧਾ ਸਵਾਲ ਕਰਕੇ ਮੈਨੂੰ ਬੜਾ ਖੁਸ਼ ਕੀਤਾ ਹੈ। ਇਹਦਾ ਪੁੱਠਾ ਜਵਾਬ ਮੇਰੇ ਕੋਲ ਹੈ ਕੋਈ ਨਹੀਂ ਜੇ, ਠੀਕ ਹੈ ਨਾ। ਹੁਣ ਕਿਸੇ ਨੂੰ, ਹੁਣ ਚਿੜੀ ਨੂੰ ਚੀਂ ਕਰਨੀ ਹੈ, ਮੈਂ ਇਹਦਾ ਬੈਕਅਪ ਨਹੀਂ ਕਰੇਗੀ। ਮੈਂ ਇਹਦਾ ਬੈਕਅਪ ਵੀ ਤਿਆਰ ਕੀਤਾ ਹੈ। ਅੱਛਾ, ਅਗਰ ਤੁਸੀਂ ਨਾਰਾਜ਼ ਹੋ ਗਏ, ਮੈਂ ਕਹੂੰਗਾ ਫੈਜ਼ ਸਾਹਿਬ ਨੇ ਉਰਦੂ ਵਿੱਚ ਸ਼ਾਇਰੀ ਕੀਤੀ ਹੈ। ਉਹਨਾਂ ਨੇ ਕੋਈ ਉਰਦੂ ਦੇ ਨਾਲ ਜਿਹੜੀ ਸ਼ਾਇਰੀ ਕੀਤੀ ਹੈ, ਜਿਹੜੀ ਫਿਕਰ ਫਹਿਮ ਸੁਖਨ ਉਹਨਾਂ ਨੇ ਪੰਜਾਬ ਦੇ ਲੋਕਾਂ ਵਾਸਤੇ ਜਿਹੜਾ ਇਨਕਲਾਬ ਲਿਆਉਣਾ ਸੀ, ਉਹ ਨਹੀਂ ਆ ਸਕਿਆ। ਪਾ ਬਜੋਲਾਂ ਚੱਲੋ ਕੀ ਹੁੰਦਾ ਹੈ, ਹੱਥ ਪੈਰ ਬੰਨ੍ਹ ਕੇ ਟੁਰਨਾ। ਆਮ ਬੰਦੇ ਨੂੰ ਦੱਸੋ, ਮਜ਼ਦੂਰਾਂ, ਕਿਸਾਨਾਂ ਨੂੰ, ਜਿਨ੍ਹਾਂ ਨੇ ਟ੍ਰੇਡ ਯੂਨੀਅਨ ਕੀਤੀ, ਜਿਨ੍ਹਾਂ ਦੀ ਖਾਤਰ ਉਹਨਾਂ ਨੇ ਜੇਲਾਂ ਕੱਟੀਆਂ, ਉਹਨਾਂ ਨੂੰ ਤਾਂ ਨਹੀਂ ਪੱਲੇ ਪਿਆ। ਨਹੀਂ ਸਮਝ ਨਹੀਂ ਆਉਂਦੀ ਪਾਪ ਕਿਉਂ। ਤੇ ਜੇ ਪੱਲੇ ਨਹੀਂ ਪਿਆ ਸੁਖਨ ਉਹਨਾਂ ਲੋਕਾਂ 'ਚ ਜਿੱਥੇ ਉਹ ਇਨਕਲਾਬ ਲਿਆ ਰਹੇ ਨੇ, ਜਿੱਥੇ ਦੇ ਲੋਕਾਂ ਨਾਲ ਉਹਨਾਂ ਨੇ ਉਹ ਫਿਕਰ ਫਹਿਮ, ਫਲਸਫਾ, ਉਹ ਨਜ਼ਰੀਆ, ਉਹ ਪੂਰੀ ਇਨਕਲਾਬੀ ਇੱਕ ਸੂਝ ਜਿਹੜੀ ਹੈ ਉਹ ਸਾਂਝੀ ਕੀਤੀ ਹੈ ਜਾਗਰਤੀ ਵਾਸਤੇ, ਲੋਕਾਂ ਦੇ ਰਾਜ ਕਾਜ, ਮਜ਼ਦੂਰਾਂ ਔਰ ਕਿਸਾਨਾਂ ਦੇ ਰਾਜ ਕਾਜ ਦੀ ਗੱਲ ਕੀਤੀ ਹੈ ਨਾ। ਮਜ਼ਦੂਰਾਂ ਔਰ ਕਿਸਾਨਾਂ ਦੀ ਬੋਲੀ ਨਹੀਂ ਹੈਗੀ। ਨਹੀਂ, ਅਗਰ ਉਹ ਪੰਜਾਬੀ ਸ਼ਾਇਰੀ ਕਰਦੇ ਤਾਂ ਜ਼ਰਾ ਮਹਿਦੂਦ ਨਾ ਰਹਿ ਜਾਂਦੇ। ਮਹਿਦੂਦ ਕੀ, ਬੰਗਾਲ ਦਾ ਬੰਦਾ, ਤੇਲਗੂ ਬੰਦਾ, ਜਾਂ ਮਲਿਆਲਮ ਬੰਦਾ, ਜਾਂ ਸਿੰਧ ਦਾ ਬੰਦਾ, ਪਠਾਨ, ਇਨਕਲਾਬ ਸਿਰਫ ਉਰਦੂ 'ਚ ਆਉਣਾ ਸੀ। ਉਹ ਇਹ ਸਾਰੇ ਲੋਕ ਆਪਣੀ ਆਪਣੀ ਬੋਲੀ 'ਚ ਲਿਆ ਰਹੇ ਨੇ। ਨਹੀਂ, ਉੱਥੇ ਮੈਂ ਇਹ ਕਹਿ ਰਿਹਾ ਕਿ ਮੈਂ ਉਰਦੂ ਦੇ ਮੁਖਾਲਫ ਨਹੀਂ ਹਾਂ, ਪਰ ਇਹ ਵੇ ਕਿ ਤੁਸੀਂ ਪੰਜਾਬੀ ਲੋਕਾਂ ਦਾ ਜਲਸਾ ਹੈ ਅਤੇ ਤੁਸੀਂ ਉਹਦੇ ਨਾਲ ਪੰਜਾਬੀ 'ਚ ਗੱਲ ਹੀ ਨਹੀਂ ਕਰ ਰਹੇ, ਪੰਜਾਬੀ 'ਚ ਉਹਨੂੰ ਸੁਖਨ ਹੀ ਨਹੀਂ ਲਿਖ ਰਹੇ। ਅਰਬੀਆਂ, ਫਾਰਸੀਆਂ ਬੁੱਲੇ ਸ਼ਾਹ, ਸ਼ਾਹ ਹੁਸੈਨ, ਬਾਬਾ ਫਰੀਦ ਨੂੰ ਬਹੁਤ ਆਉਂਦੀਆਂ ਸਨ, ਆਲਮ ਫਾਜ਼ਲ ਲੋਕ ਸਨ।
ਆਲਮ ਫਾਜ਼ਲ ਬਲਕਿ ਬੁੱਲੇ ਦੇ ਸ਼ਾਇਰ ਨਹੀਂ ਕਹਿੰਦੇ, ਆਲਮ ਫਾਜ਼ਲ ਮੇਰੇ ਭਾਈ ਪਾ ਪੜ੍ਹਿਆ ਮੇਰੀ ਅਕਲ ਗਵਾਈ। ਇਹ ਜਿਹੜੇ ਪਾਈਆ ਪੜ੍ਹੇ ਹੁੰਦੇ ਨਾ 1/4, ਉਹਨਾਂ ਨੇ ਮੇਰੀ ਅਕਲ ਗਵਾਈ ਹੈ। ਇਹ ਜਿਹੜੇ ਬਹੁਤ ਜਿਹੜੇ ਗ੍ਰੰਥ ਲੈ ਕੇ ਫਿਰਦੇ, ਗ੍ਰੰਥ ਤੋਂ ਮੁਰਾਦ ਪੋਥੀਆਂ ਵੱਡੀਆਂ ਕਿਤਾਬਾਂ। ਸੁਲਤਾਨ ਬਾਹੂ ਦੇ ਨਾ 140 ਰਸਾਲੇ ਫਾਰਸੀ 'ਚ ਨੇ, ਬੇਜਾ ਠੀਕ ਹੈ ਨਾ, ਕਹਿੰਦੇ ਨੇ 140 ਰਸਾਲੇ। ਕਿਸੇ ਨੂੰ ਪਤਾ ਇੰਨੇ ਕੁ ਬੈਤ ਨੇ ਜਿੰਨਾ ਕਿ ਬਿਆਜ਼ ਹੈ ਗਾਲਬ ਦਾ ਉਰਦੂ ਦਾ, ਇੰਨਾ ਕਿ ਸ਼ਾਹ ਹੁਸੈਨ ਦਾ, ਇਸ ਤੋਂ ਛੋਟਾ ਬਾਬਾ ਫਰੀਦ ਦਾ 140 ਸ਼ਲੋਕ ਹੋਣਗੇ, ਠੀਕ ਹੈ ਨਾ। ਹੁਣ ਤੁਸੀਂ ਅੰਦਾਜ਼ਾ ਲਾਓ ਕਿ ਇਹਨਾਂ ਨੇ ਕਿਉਂ ਆਪਣੀ ਬੋਲੀ ਵਰਤੀ। ਮੈਂ ਤੁਹਾਡੇ ਨਾਲ ਤੁਹਾਡੀ ਰੂਹ ਨੂੰ ਬਦਲਣਾ ਹੈ, ਤੁਹਾਨੂੰ ਆਪਣੇ ਨਾਲ ਜੋੜਨਾ ਹੈ। ਮੇਰੇ ਕੋਲ ਇੱਕ ਸਮਝ ਹੈ, ਕੁਦਰਤ ਨੇ ਮੈਨੂੰ ਇੱਕ ਵਰਦਾਨ ਦਿੱਤਾ ਹੈ। ਮੈਂ ਆਪਣੀ ਬੋਲੀ 'ਚ ਤੇਰੀ ਆਪਣੇ ਖਲਕਤ ਦੀ ਬੋਲੀ 'ਚ, ਅਗਰ ਉਹ ਮੇਰੇ ਮਾਂ ਪਿਓ ਮੇਰੇ ਸੱਚੇ ਖੱਬੇ ਨੂੰ ਕਿਸੇ ਨੂੰ ਸਮਝ ਨਹੀਂ ਆ ਰਹੀ, ਪੱਲੇ ਨਹੀਂ ਪੈ ਰਹੀ, ਠੀਕ ਹੈ, UPCP 'ਚ ਲਿਆਉਣਾ ਤੇ ਲੈ ਆਓ, ਲੈ ਆਉਂਦੇ ਹੋ ਇਨਕਲਾਬ। ਪਰ ਪੰਜਾਬ 'ਚ ਐਸੀ ਨਾ ਪੂਰੇ ਹਿੰਦੁਸਤਾਨ ਦੇ ਵਿੱਚ, ਪੂਰੇ ਹਿੰਦੁਸਤਾਨ ਦੇ ਵਿੱਚ ਸੀ। ਪਰ ਇਹ ਵੇ ਕਿ ਅਸੀਂ ਮਜ਼ਦੂਰਾਂ ਔਰ ਕਿਸਾਨਾਂ 'ਚ ਗਏ ਹਾਂ, ਮਜ਼ਦੂਰਾਂ ਕਿਸਾਨਾਂ ਨਾਲ ਗੱਲ ਕੀਤੀ ਹੈ। ਔਰ ਫਿਰ ਇਹ ਵੀ ਗੱਲ ਹੈ ਨਹੀਂ, ਪੰਜਾਬੀ ਮਜ਼ਦੂਰ ਕਿਸਾਨ ਤੇ ਨਹੀਂ ਨਾ, ਪੂਰੇ ਹਿੰਦੁਸਤਾਨ ਦੇ ਮਜ਼ਦੂਰ ਵੀ ਇੱਕ ਗੱਲ ਹੈ ਕਿ ਇਹਨਾਂ ਨੇ ਤੁਹਾਡਾ ਕੀ ਖਿਆਲ ਹੈ, ਉਹ ਆਪਣੇ ਆਪ ਪਹੁੰਚ ਜਾਣਾ ਹੈ, ਬੋਲੀ 'ਚ ਤਰਜਮੇ ਵੀ ਹੋ ਜਾਣਗੇ। ਟੈਗੋਰ ਇੱਥੇ ਸਾਰੀ ਦੁਨੀਆ ਜਾਣਦੀ ਬੰਗਾਲੀ 'ਚ ਸੀ, ਉਰਦੂ 'ਚ ਸੀ, ਹੋ ਗਿਆ। ਇਹ ਆਪਣੀ ਬੋਲੀ 'ਚ ਲਿਖਦੇ, ਉਰਦੂਆਂ 'ਚ ਵੀ ਅੰਗਰੇਜ਼ੀਆਂ 'ਚ ਵੀ, ਹਰ ਬੋਲੀ 'ਚ ਪਹੁੰਚ ਜਾਣਾ ਸੀ। ਪੁਸ਼ਕਨ ਜਿਹੜਾ ਇੱਥੇ ਦੁਨੀਆ ਪੜ੍ਹਦੀ ਫਿਰਦੀ ਹੈ, ਕਾਮਿਓ ਨੂੰ ਇੱਥੇ ਕਿਹੜਾ ਜਾਂ ਜਿਹੜੇ ਆਪਣਾ ਚਿੱਲੀ ਵਾਲੇ ਜਿਹੜੇ ਪੈਬਲੋ ਨਰੂਦਾ ਅਸੀਂ ਪੜ੍ਹਦੇ ਹਾਂ ਨਾ, ਪਹੁੰਚ ਗਿਆ ਨਾ, ਬਿਲਕੁਲ ਉਹ ਪੰਜਾਬੀ 'ਚ ਵੀ ਪਹੁੰਚ ਸਕਦਾ ਸੀ ਜੇ ਪੰਜਾਬੀ ਸਰਕਾਰ ਦਰਬਾਰ ਰਾਜ ਦਾ ਪਤਾ ਹੈ ਕਿ ਇਸਤਹਿਸਾਲ ਹੋਇਆ, ਪਤਾ ਹੈ ਪੰਜਾਬੀਆਂ ਨੂੰ ਗੈਰ ਜ਼ੁਬਾਨ ਰੱਖਿਆ ਗਿਆ, ਪਤਾ ਹੈ। ਆਪ ਹੀ ਫੈਜ਼ ਸਾਹਿਬ ਕਹਿੰਦੇ ਨੇ ਕਿ ਮੈਂ ਕਹਿੰਦੇ ਨੇ ਕਿ ਵਾਰਿਸ ਸ਼ਾਹ, ਹੀਰ ਵਾਰਿਸ ਸ਼ਾਹ ਵਰਗੀ ਲਾਈਨ ਨਹੀਂ ਲਿਖ ਸਕਦਾ, ਮੀਰ ਗਾਲਬ ਵਰਗੀ ਮੈਂ ਲਿਖ ਲਾਂਗਾ, ਕਿਉਂ ਜੇ ਇਹਦੀ ਸਾਰੀ ਮੇਰੀ ਪੜ੍ਹਤ ਵੀ ਹੈ। MA ਅਰਬੀ ਤੇ 1940 'ਚ ਕਰ ਲਿਆ ਸੀ ਫੈਜ਼ ਸਾਹਿਬ ਨੇ। ਮੈਂ ਫੈਜ਼ ਸਾਹਿਬ ਦੇ ਫਿਕਰ ਫਹਿਮ, ਉਹਨਾਂ ਦੇ ਵੱਡੇ ਸ਼ਾਇਰ ਹੋਣ ਤੇ ਉਂਗਲੀ ਨਹੀਂ ਉਠਾ ਰਿਹਾ। ਬਿਲਕੁਲ ਬਿਲਕੁਲ, ਤੁਸੀਂ ਉਹ ਸਿਰਫ ਉਹ, ਮੈਂ ਇੰਨੀ ਗੱਲ ਕਰ ਰਿਹਾ ਕਿ ਪੱਲੇ ਨਹੀਂ ਪਿਆ ਪੰਜਾਬ ਦੇ ਲੋਕਾਂ ਦੇ, ਇੱਥੇ ਦੇ ਲੋਕਾਂ ਦੇ, ਇੱਥੇ ਦੇ ਕਿਸੇ ਵੀ ਕੌਮ ਦੇ ਲੋਕਾਂ ਦੇ, ਪਾਕਿਸਤਾਨ ਦੇ ਲੋਕਾਂ ਦੇ 3 ਜਾਂ 4% ਲੋਕਾਂ ਦੀ ਬੋਲੀ ਸੀ ਜਿਸ ਵੇਲੇ ਇਨਕਲਾਬ ਸ਼ੁਰੂ ਹੋਇਆ ਇੱਥੇ। ਉਹ ਸਜਾਦ ਜ਼ਹੀਰ ਸਾਹਿਬ ਵੀ ਬਿਹਤਰ ਜਾਣਦੇ ਹੋਣਗੇ। ਅੱਛਾ, ਲੇਕਿਨ ਨਾ ਸਿੰਧੀਆਂ ਦੀ ਬੋਲੀ ਹੈ, ਨਾ ਪਠਾਣਾਂ ਦੀ ਬੋਲੀ ਹੈ, ਨਾ ਬਲੋਚਾਂ ਦੀ ਹੈ, ਨਾ ਬੰਗਾਲੀਆਂ ਦੀ, ਨਾ ਪੰਜਾਬੀਆਂ ਦੀ। ਹੁਣ ਪੜ੍ਹਾਈਆਂ ਹੋ ਗਈਆਂ ਨੇ, ਉਤਲੀ ਸਰਕਾਰ ਦਰਬਾਰ, ਜਿਹੜਾ ਅੰਗਰੇਜ਼ ਦਾ ਮੁਨਸ਼ੀ ਮੁਸੱਦੀ ਸਾਡੇ ਤੇ ਆਟਾ ਹੈ ਜਾਟਾ ਹੈ ਤੁਮ ਕਿਆ ਕਾਟਾ ਹੈ। ਬਸ ਇੱਕ ਗੱਲ ਲੈ ਲਓ ਕਿ ਅੰਗਰੇਜ਼ ਦੇ ਆਉਣ ਤੋਂ ਪਹਿਲੇ ਅਰਬੀ ਔਰ ਫਾਰਸੀ ਦਾ ਇੱਕ ਤਹਿਜ਼ੀਬੀ ਤਸਲਸਲ ਵੀ ਤੇ ਚੱਲ ਰਿਹਾ ਸੀ ਨਾ, ਉਹਨੂੰ ਇਗਨੋਰ ਤੇ ਨਹੀਂ ਨਾ ਕੀਤਾ ਜਾ ਸਕਦਾ। ਉਹ ਇਗਨੋਰ ਕਰਨੀ ਹੈ ਸਰਕਾਰ ਦਰਬਾਰ 'ਚ ਜਾਣਾ ਹੈ, ਤੇ ਜੇ ਲੋਕਾਂ ਦੀ ਸਰਕਾਰ ਬਣਾਉਣੀ ਹੈ ਤੇ ਫਿਰ ਲੋਕਾਂ ਦੇ ਨਾਲ ਉਹਨਾਂ ਦੀ ਬੋਲੀ ਜਾ ਕੇ ਗੱਲ ਕਰਨੀ ਪਏਗੀ। ਤੁਸੀਂ ਤੁਹਾਡਾ ਦੂਸਰੀ ਗੱਲ ਇਹ ਵੇ ਕਿ ਸੁਖਨ ਦੀ ਜਿਹੜੀ ਬੋਲੀ ਹੁੰਦੀ ਨਾ, ਜਿਹੜੀ ਸ਼ਾਇਰੀ ਦੀ ਬੋਲੀ ਹੁੰਦੀ, ਉਹਦੇ ਵਿੱਚ ਰਮਜ਼ਾਂ, ਉਹ ਦੇਖੋ ਇਹਨਾਂ ਨੇ ਪੜ੍ਹਤ ਦੇ ਜ਼ੋਰ ਤੇ ਅਰਬੀ ਫਾਰਸੀ ਦੀ ਪੜ੍ਹਤ ਦੇ ਜ਼ੋਰ ਤੇ ਐਡੀ ਸੋਹਣੀ ਉਰਦੂ ਲਿਖੀ, ਬਹੁਤ ਕੋਈ ਸ਼ੱਕ ਨਹੀਂ, ਨੋ ਡਾਊਟ, ਠੀਕ ਹੈ ਨਾ। ਪਰ ਜਿਸਲੇ ਉਹ ਕਹਿੰਦੇ ਨੇ ਤੇਰੀਆਂ ਕਿਧਰੇ ਨਾ ਪੈਂਦੀਆਂ ਦੱਸਾਂ, ਹਾਂ, ਉੱਠ ਉਤਾਂ ਨੂੰ ਜੱਟਾ ਮਰਦਾ ਕਿਉਂ ਜਾਣਾ, ਹਾਂ, ਇਹੀ ਫੈਜ਼ ਨੇ। ਬਿਲਕੁਲ, ਰੱਬਾ ਸੱਚਿਆ ਤੂੰ ਤੇ ਆਖਿਆ ਸੀ, ਜਾਓ ਜਗ ਦਾ ਸ਼ਾਹ ਹੈ ਤੂੰ, ਜਾਓ ਬੰਦਿਆ ਜਗ ਦਾ ਸ਼ਾਹ ਹੈ ਤੂੰ, ਸਾਡੀਆਂ ਦੌਲਤਾਂ ਤੇਰੀਆਂ ਨਿਹਮਤਾਂ ਨੇ, ਸਾਡੀਆਂ ਨਿਹਮਤਾਂ ਤੇਰੀਆਂ ਦੌਲਤਾਂ ਨੇ, ਸਾਡਾ ਨਾਇਬ ਤੇ ਆਲੀ ਜਾ ਹੈ ਤੂੰ। ਇਸ ਲਾਰੇ ਤੇ ਟੋਰ ਕਦ ਪੁੱਛਿਆ ਹੀ ਕੀ ਇਸ ਨਿਮਾਣੇ ਨਾਲ ਬੀਤੀਆਂ ਨੇ, ਵਾਹ, ਕਦੀ ਸਾਰ ਵੀ ਲਈਓ ਰੱਬ ਸਾਈਆਂ ਤੇਰੇ ਸ਼ਾਹ ਨਾਲ ਜੱਗ ਕੀ ਕੀਤੀਆਂ ਨੇ। ਹਾਂ, ਕਿਤੇ ਧੌਂਸ ਪੁਲਿਸ ਸਰਕਾਰ ਦੀ ਏ, ਕਿਤੇ ਧਾਂਦਲੀ ਮਾਲ ਪਟਵਾਰ ਦੀ ਏ, ਇਵੇਂ ਹੱਡਾਂ 'ਚ ਕਲਪੇ ਜਾਣ ਮੇਰੀ ਜਿਵੇਂ ਫਾਹੀ 'ਚ ਕੂੰਜ ਕਰ ਲਾਮਦੀ ਏ। ਵਾਹ, ਉਹ ਚੰਗਾ ਸ਼ਾਹ ਬਣਾਇਆ ਏ ਰੱਬ ਸਾਈਆਂ, ਪੌਲੇ ਖਾਂਦਿਆਂ ਵਾਰ ਨਾ ਆਉਂਦੀ। ਵਾਹ, ਅੱਗੇ ਵੀ ਹੈ ਲੇਕਿਨ ਇੰਨੀ ਚਲੋ ਫਿਲਹਾਲ। ਹਾਂ, ਕੋਈ ਹੋਰ ਰੱਬ ਲੋੜਾਂ ਮੈਂ ਉਹ ਤੇ ਉਹ ਹੈ ਨਾ ਕਿ ਜੇ ਤੈਨੂੰ ਮੰਗ ਨਹੀਂ ਪੁੱਜਦੀ ਤੈਂ ਰੱਬਾ ਤੇ ਮੈਂ ਜਾਵਾਂ ਤੇ ਰੱਬ ਕੋਈ ਹੋਰ ਲੋੜਾਂ। ਇਹਦੀ ਆਖਰੀ ਲਾਈਨ ਜੀ ਜੀ ਆ ਗਈ। ਤੁਸੀਂ ਕੀ ਬਣਨਾ ਚਾਹ ਰਹੇ ਸੀ? ਨਹੀਂ, ਮਤਲਬ ਐਕਸਪ੍ਰੈਸ਼ਨ ਦੇ ਵਿੱਚ ਤੁਸੀਂ ਅੰਗਰੇਜ਼ੀ ਵੀ ਲਿਖ ਲਓ, ਉਰਦੂਆਂ ਵੀ ਲਿਖ ਲਓ, ਮੈਨੂੰ ਇਹ ਨਹੀਂ ਹੈ, ਪਰ ਮੈਨੂੰ ਠੀਕ ਹੈ ਉਹਨਾਂ ਦਾ ਮੁਹਾੜ ਸੀ। ਮੈਂ ਐਡਾ ਕਹਿੰਦੇ ਨੇ ਨਿਸਾਰ ਮੈਂ ਤੇਰੀ ਗलियों के वतन के जहाँ चली है रस्म के कोई न सर उठा के चले, जो कोई चाहने वाला तवाफ को निकले, नज़र झुका के चले जिस्मो जहाँ बचा के चले, है संगो हले। हाँ जी, कोई नहीं आउण दिओ, जिन्ने को मैं पंजाबी फैज़ दी सुनाई उन्नी को उर्दू सुना दिओ।
ਤੇ ਤੁਹਾਡੇ ਅੰਦਰ ਇਨਕਲਾਬ ਤੇ ਆਇਆ ਹੋਏਗਾ ਉਹਨਾਂ ਦਾ, ਕਿਉਂਕਿ ਉਹਨਾਂ ਦੀ ਸ਼ਾਇਰੀ ਨੇ ਤੁਹਾਡੀ ਰੂਹ ਨੂੰ ਸਰਾਬ ਕੀਤਾ ਹੋਏਗਾ। ਤੁਹਾਡੇ ਸੋਚਣ ਸਮਝਣ ਦਾ ਨਿਜ਼ਾਮ ਪੰਜਾਬ ਦਾ, ਪੰਜਾਬੀ ਮੁਹਾਵਰਾ, ਵਿਜ਼ਡਮ, ਸੂਝ, ਸਿਆਣਪ, ਦਾਨਸ਼, ਅਲਾਮਤੀ, ਰਮਜ਼ੀ ਨਿਜ਼ਾਮ ਸਾਰਾ ਇੱਥੇ ਦਾ ਹੈ। ਨਹੀਂ ਆਉਣਾ ਉਹ ਅਲਾਮਤੀ ਨਿਜ਼ਾਮ ਸਮਝ ਇੱਥੇ ਦੇ ਲੋਕਾਂ ਨੂੰ ਅਜੇ ਤੱਕ ਨਹੀਂ ਆਇਆ। 5% ਲੋਕਾਂ ਨੂੰ ਵੀ ਨਹੀਂ ਆਇਆ ਹੋਏਗਾ। ਮੈਨੂੰ ਕੋਈ ਨਹੀਂ ਇਤਰਾਜ਼, ਮੈਂ ਕਹਿੰਦਾ ਪੂਰਾ ਖਿੱਤਾ ਗੈਰ ਪੰਜਾਬੀ ਕਰਕੇ ਰੱਖ ਦਿੱਤਾ ਅੰਗਰੇਜ਼ ਦੇ ਮੁਨਸ਼ੀਆਂ ਮੁਸੱਦੀਆਂ ਨੇ। ਅੰਗਰੇਜ਼ ਨੇ ਆ ਕੇ ਬੋਲੀ ਖੋਈ 1860 'ਚ। ਮੈਕਾਲੇ ਵਾਲਾ ਲੈਟਨਰ ਦੀ ਪੂਰੀ ਕਿਤਾਬ ਇੰਡੀਜਨਸ ਐਜੂਕੇਸ਼ਨ ਹਿਸਟਰੀ ਪੂਰੀ 1846 ਤੋਂ 1884 ਤੱਕ ਐਡੀ ਮੋਟੀ ਕਿਤਾਬ ਹੈ ਪੰਜਾਬ ਵਿੱਚ ਦੇਸੀ ਤਾਲੀਮ। ਉਹਦੇ ਵਿੱਚ ਉਹ ਦੱਸ ਰਿਹਾ ਹੈ ਕਿ ਵੀ ਇੱਥੇ ਦੇ ਲਿਟਰੇਸੀ ਰੇਟ 80% ਹੈ ਪੰਜਾਬ ਦਾ, 70 to 80%। ਉਰਦੂ 'ਚ ਤਰਜਮਾ ਮਤਲਬ ਅੰਗਰੇਜ਼ ਨਹੀਂ ਸੀ ਆਇਆ ਤੇ ਪੰਜਾਬ ਦੀ ਲਿਟਰੇਸੀ ਰੇਟ ਕਿੰਨੀ ਸੀ? 70 ਤੋਂ 80%। ਅੰਗਰੇਜ਼ ਆਇਆ ਹੁਣ ਤੱਕ ਇਸ ਵੇਲੇ ਵੀ ਪੰਜਾਬ ਦੀ ਲਿਟਰੇਸੀ ਰੇਟ 7 ਤੋਂ 8% ਵੀ ਨਹੀਂ ਹੈਗੀ। 100 ਤੋਂ 76 ਬੱਚੇ ਸਕੂਲੋਂ ਭੱਜ ਜਾਂਦੇ ਨੇ ਤੇ ਇੱਥੇ MA BA ਨੂੰ ਇਲ ਕੋਕੋ ਨਹੀਂ ਆਉਂਦਾ। ਸਾਰੇ ਤੋਤੇ ਨੇ, ਦੌਲੇ ਸ਼ਾਹ ਦੇ ਚੂਹੇ ਮਾਸ਼ਾਅੱਲਾ ਜ਼ਿਆਦਾ ਸਮਝਦੇ ਹੁੰਦੇ ਨੇ। ਇਹਨਾਂ ਨੂੰ ਤੇ ਅਨਲਰਨ ਤੇ ਡੀਲਰਨ ਕਰਾਉਣਾ ਪਏਗਾ ਜਿਹੋ ਜਿਹੀ ਤਲੀਮ ਲੈ ਕੇ ਪੜ੍ਹੇ ਲਿਖੇ ਸਦਵਾਨ ਡਏ ਨੇ। ਸੋ ਇਹ ਗੱਲਾਂ ਬੜੀਆਂ ਨੇ। ਅਸੀਂ ਪੰਜਾਬ ਦੇ ਲੋਕ, ਅਸੀਂ ਜਿਸ ਵਸੋਂ ਦੇ ਵਾਰਸ ਹਾਂ, ਬੁੱਲੇ ਸ਼ਾਹ, ਵਾਰਿਸ ਸ਼ਾਹ, ਸ਼ਾਹ ਹੁਸੈਨ, ਬਾਬਾ ਫਰੀਦ, ਖਾਜਾ ਫਰੀਦ, ਮੀਆਂ ਮੁਹੰਮਦ ਬਖਸ਼, ਸੁਲਤਾਨ ਬਾਹੂ, ਅਲੀ ਹੈਦਰ, ਇਹ ਲੋਕ ਨੇ। ਫੋਕਲੋਰ ਹੈ ਸਾਡਾ। ਲੇਕਿਨ ਇੱਕ ਪੰਜਾਬੀਆਂ ਨੂੰ ਜ਼ਿੰਮੇਦਾਰ ਕਰਾਰ ਨਹੀਂ ਦਿੰਦੇ ਉਹਦੀ ਵਜ੍ਹਾ ਕਿ ਅੰਗਰੇਜ਼ ਨੇ ਕਿਤੇ ਬਹੁਤ ਜ਼ਿਆਦਾ ਡਾਇਰੈਕਟ ਰੂਲ ਕੀਤਾ ਹੋ ਗਏ ਆ। ਅਸੀਂ ਮਫਤੂ ਹੋਏ ਆ, ਉਹਨਾਂ ਨੇ ਇੰਪੋਜ਼ ਕੀਤਾ ਹੈ, ਉਹਨਾਂ ਨੇ ਮੁਸਲਤ ਕੀਤਾ ਹੈ ਸਾਰੇ ਹਿੰਦੁਸਤਾਨ 'ਚ। ਉਹਨਾਂ ਨੇ ਉੱਥੇ ਦੀਆਂ ਬੋਲੀਆਂ ਲਾਈਆਂ, ਪੰਜਾਬ ਦੇ ਕੋਲੋਂ ਬੋਲੀ ਖੋਈ। ਪੰਜਾਬ ਨੇ 50 ਸਾਲ ਰਜਿਸਟ ਕੀਤਾ ਹੈ। ਅਸੀਂ ਅੰਗਰੇਜ਼ ਮਾਰਿਆ ਹੈ, ਉਹਨਾਂ ਦੀਆਂ ਕਬਰਾਂ ਬਣਾਈਆਂ ਨੇ। ਅਸੀਂ ਲੜਾਈਆਂ ਕੀਤੀਆਂ, 2-2 ਲੱਖ ਬੰਦਾ ਇਕੱਠਾ ਹੋ ਕੇ। ਤੁਸੀਂ ਲੜਾਈਆਂ ਕੀਤੀਆਂ ਨਾ, ਤੁਸੀਂ ਕਿਤਾਬਾਂ ਨਹੀਂ ਛਾਪੀਆਂ। ਭਈ ਕਿਤਾਬਾਂ ਛਾਪਣ, ਦੇਖੋ ਕਿਤਾਬ ਛਾਪਾਖਾਨਾ ਜਦੋਂ ਆਉਂਦਾ ਉਸ ਤੋਂ ਪਹਿਲੇ ਹੀਰ ਵਾਰਿਸ ਸ਼ਾਹ ਹਿੰਦੁਸਤਾਨ 'ਚ ਕਿਸੇ ਜਿੰਨੀ ਪੜ੍ਹੀ ਹੈ ਕਿਸੇ ਨੇ? ਕਿਸੇ ਕਿਤਾਬ ਨਹੀਂ ਛਾਪੀ। ਸਭ ਤੋਂ ਵੱਧ ਕਿਤਾਬ ਅੰਗਰੇਜ਼ ਦੇ ਵੇਲੇ ਦੇ ਵਿੱਚ ਵੀ ਪੰਜਾਬੀ ਦੀ ਛਪੀ ਹੈ। ਕਿਤਾਬਾਂ ਦੀ ਛਪੀਆਂ ਨੇ, ਪਰ ਸਰਕਾਰ ਦਰਬਾਰ ਰੋਟੀ ਰੁਜ਼ਗਾਰ ਨਾਲ ਅਗਲਿਆਂ ਨੇ ਹੋਰ ਬੋਲੀ ਜੋੜ ਦਿੱਤੀ ਤੇ ਬਾਕੀ ਤੇ ਅਨਪੜ੍ਹ ਪੇਂਡੂ ਹੋ ਗਏ, ਕਰ ਦਿੱਤੇ ਗਏ ਇੱਕ ਸਾਜ਼ਿਸ਼ ਦੇ ਤਹਿਤ। ਹੁਣ ਤੱਕ ਇੱਥੇ ਦੇ ਕਾਲੇ ਅੰਗਰੇਜ਼ਾਂ ਨੇ ਵੀ, ਜਿਨ੍ਹਾਂ ਨੇ 70 ਸਾਲ ਪਾਕਿਸਤਾਨ 'ਚ ਰੂਲ ਕੀਤਾ, ਉਹਨਾਂ ਨੇ ਵੀ ਸਾਨੂੰ ਅਨਪੜ੍ਹ ਜ਼ਾਹਿਰ ਰੱਖਿਆ। ਇਹ ਸ਼ਿਕਵਾ ਬੰਗਾਲੀਆਂ ਦਾ ਹੁਣ ਤੱਕ ਹੈ ਵੀ? ਬੰਗਾਲੀਆਂ ਦਾ ਹੈ ਸੀ। ਉਹਨਾਂ ਨੇ 1953 ਦੇ ਵਿੱਚ ਹੀ ਮਜ਼ਾਮਤ ਕਰਕੇ, ਜਿੱਥੇ ਜਾ ਕੇ ਇਹਨਾਂ ਨੇ ਖਿਤਾਬ ਫਰਮਾ ਕੇ ਉਰਦੂ ਹਮਾਰੀ ਕੌਮੀ ਜ਼ੁਬਾਨ ਹੈ, ਤਾਂ ਅਗਲਿਆਂ ਨੇ ਦੱਸ ਦਿੱਤਾ ਅਗਲੇ ਦਿਨ ਹੀ। ਤੇ ਪੰਜਾਬੀ 53 ਦੇ ਵਿੱਚ ਇੱਥੇ ਜੜ੍ਹਾਂ ਹੋ ਗਈਆਂ। ਉੱਥੇ ਨਹੀਂ ਸੀ, ਉੱਥੇ ਬੰਗਾਲੀ ਉਹ ਪੜ੍ਹ ਰਹੇ ਸਨ। ਉੱਥੇ ਪਾਕਿਸਤਾਨ ਬਣਨ ਤੋਂ ਬਾਅਦ ਇੰਪੋਜ਼ ਕੀਤੀ ਜਾ ਰਹੀ ਹੈ। ਟੈਗੋਰ ਬੰਗਾਲੀ ਲਿਖ ਰਹੇ, ਬੰਗਾਲੀ, ਹਾਂ। ਇਕਬਾਲ ਬੰਗਾਲੀ ਨਹੀਂ ਲਿਖ ਰਿਹਾ, ਕਿਉਂਕਿ ਇਕਬਾਲ 1876 'ਚ ਅਗਰ ਪੈਦਾ ਹੋ ਰਹੇ ਨੇ ਤਾਂ ਉਸ ਤੋਂ 16 ਸਾਲ ਪਹਿਲੇ ਤੱਕ ਤਲੀਮ ਉਹਨਾਂ ਨੇ ਉਰਦੂ 'ਚ ਕਰ ਦਿੱਤੀ ਹੈ। ਨਹੀਂ ਤੇ ਪਹਿਲੇ ਇੱਥੇ ਦੇਸੀ ਰਵਾਇਤੀ ਨਿਜ਼ਾਮ ਤਲੀਮ ਸੀ, ਜਿਹਦੇ ਵਿੱਚ ਪੰਜਾਬੀ ਵੀ ਸੀ। ਉੱਥੋਂ ਸਕੂਲੋਂ ਨਹੀਂ ਸੀ ਨੱਸਦਾ ਬੱਚਾ, ਸਕੂਲ ਵੱਲ ਨੱਸਦਾ ਸੀ। ਸਾਈਕਲਾਂ ਦੇ ਉੱਤੇ ਪੈਦਲ 8-8 10-10 ਮੀਲ ਦੇ ਸਵੇਰੇ ਉੱਠ ਕੇ ਜਾਂਦਾ ਸੀ। ਅੱਛਾ, ਇਹ ਕੀ ਵਜ੍ਹਾ ਜੀ ਕਿ ਪੰਜਾਬੀ ਬੋਲਣ ਤੋਂ ਅਵਰਸ ਕਿਉਂ ਹੈਗਾ? ਬਈ ਇੱਕ ਕੰਪਲੈਕਸ ਪਾਤਾ ਗਿਆ, ਉਹਨੂੰ ਉਹਦੀ ਜੜ੍ਹਾਂ ਤੋਂ ਦੂਰ ਕਰ ਦਿੱਤਾ ਗਿਆ। ਹੋਰ ਬੋਲੀਆਂ ਨਾਲ ਰੋਟੀ ਹੁਣ ਤਾਂ ਕਿੰਨਾ ਅਰਸਾ ਹੋ ਗਿਆ। ਨਹੀਂ, ਕੰਟਰੋਲ ਹੈ, ਸਾਰਾ ਜਬਰ ਹੈ। ਤੁਸੀਂ ਇੱਕ ਤੋਂ ਇੱਕ ਪੱਟੀ ਪੜ੍ਹਾ ਦਿੱਤੀ ਗਈ ਹੈ। ਨਹੀਂ, ਸਿੰਧੀ ਤਾਂ ਤੁਸੀਂ ਆਪ ਹੀ ਕਹਿ ਰਹੇ ਹੋ। ਉਹ ਸਿੰਧੀ ਤਾਂ ਉਹ ਆਪ ਅੰਗਰੇਜ਼ ਟਾਈਪ ਰਾਈਟਰ ਬਣਾ ਕੇ ਗਿਆ, ਆਪ ਉੱਥੇ ਕਰਕੇ ਗਿਆ ਸਾਰਾ। ਉਹਨਾਂ ਨੇ ਤੇ ਲਾਗੂ ਕੀਤੀ ਸੀ। ਦੇਖੋ ਗੱਲ ਇਹ ਵੇ ਕਿ ਇੱਥੇ ਕਸੂਰ ਜਿੱਦਾਂ ਮਰਜ਼ੀ ਕਰ ਲਈਏ, ਪੰਜਾਬੀਆਂ ਦਾ ਵੀ ਉਹ ਨਹੀਂ ਹੈ। ਉਹੀ ਮੈਂ ਪੁੱਛਣਾ ਚਾਹ ਰਿਹਾ। ਪਰ 47 ਤੋਂ ਬਾਅਦ ਜਿਹੜਾ ਪੰਜਾਬੀਆਂ ਦੇ ਨਾਲ ਵੱਡੀ ਸੱਟ ਵੱਜੀ ਸੀ, ਇਹਦੇ ਤੇ ਖੜੇ ਨਹੀਂ ਹੋਏ ਤੇ ਕਬਜ਼ਾ ਕਰਨ ਵਾਲੇ। ਉਹ ਕਹਿੰਦੇ ਨਾ, ਸੁੱਕੇ ਹਰਿਆਂ ਕਰ ਸਾਡੇ ਕਾਲੇ ਹੋ ਗਏ ਬੱਗੇ, ਫੇਰ ਬਹਾਰ ਆਈ ਤੇ ਮੌਜਾਂ ਮਾਣਨ ਵਾਲੇ ਅੱਗੇ। 70 ਤੱਕ ਪੰਜਾਬ ਤੇ ਪੰਜਾਬ ਦਾ ਤਾਂ ਬੰਦਾ ਸੰਭਲ ਹੀ ਨਹੀਂ ਸਕਿਆ। ਐਡੀ ਵੱਡੀ ਹਿਜਰਤ, ਐਡੀ ਵੱਡੀ ਕਤਲ ਗਾਰਤ ਦੁਨੀਆ ਦੀ ਹਿਸਟਰੀ 'ਚ ਨਹੀਂ ਹੈਗੀ। ਤੇ ਸਾਨੂੰ ਤਾਂ ਸੰਭਲ ਹੀ ਨਹੀਂ ਦਿੱਤਾ। ਪਹਿਲੇ ਸਾਡੀਆਂ 6 ਨਸਲਾਂ ਉਹਨਾਂ ਨੇ ਪਹਿਲਾਂ ਅੰਗਰੇਜ਼ ਦੇ ਜਬਰ 'ਚ ਰਹੀਆਂ, ਉਸ ਤੋਂ ਬਾਅਦ ਅੰਗਰੇਜ਼ ਦੀ ਆ ਜਿਹੜੀ ਕਲੋਨੀ ਬਣੀ ਹੈ, ਕਾਠੇ ਅੰਗਰੇਜ਼ ਦੀ। ਮੈਂ ਕਿਹੜਾ, ਅਸੀਂ ਕੋਈ ਇਸਲਾਮੀ ਮੁਲਕ ਤੇ ਨਹੀਂ ਸੀ ਨਾ ਬਣਾਇਆ, ਅਸੀਂ ਗਵਰਨਰ ਜਨਰਲ ਦੇ ਉਹਦੇ ਹਲਫ ਚੁੱਕੇ ਸਨ। ਬਿਲਕੁਲ।
ਬਿਲਕੁਲ ਠੀਕ ਹੈ ਨਾ। ਉਹ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਕੀਤਾ ਜਿੰਨਾ ਵੀ ਇਸਲਾਮ ਇੱਥੇ ਇਸ ਮੁਲਕ 'ਚ ਮਤਲਬ ਨਾਫਜ਼ ਹੋਇਆ ਹੁਣ ਤੱਕ, ਔਰ ਜਮਹੂਰੀਅਤ ਜਿੰਨੀ ਕਿਸ ਮੁਲਕ ਦੇ ਵਿੱਚ ਹੋਈ ਹੈ, ਤੇ ਬਾਅਦ ਦੀਆਂ ਸਾਰੀਆਂ ਖੇਡਾਂ ਨੇ ਨਾ। ਤੁਹਾਨੂੰ ਪਤਾ ਹੀ ਹੈ, ਹੁਣ ਮੇਰੇ ਕੋਲੋਂ ਕੀ ਪੁੱਛਣਾ ਇਹਨਾਂ ਤੁਸੀਂ। ਮੈਂ ਇਹ ਸਿਰਫ ਇਹ ਕਹਿਣਾ ਕਿ ਵੀ ਇਹਨਾਂ ਸਾਨੂੰ ਜਿਹੜਾ ਇੱਥੇ ਲੋਕ ਪਹਿਲੇ ਹੀ ਗੈਰ ਪੰਜਾਬੀ ਹੋ ਚੁੱਕੇ ਨੇ, ਰਜਿਸਟ ਕੀਤਾ ਹੈ, ਪੰਜਾਬੀ 'ਚ ਗੱਲਾਂ ਹੋਈਆਂ ਨੇ, ਰਸਾਲੇ ਛਾਪੇ ਨੇ, ਆਵਾਮ ਨੇ ਆਵਾਜ਼ਾਂ ਚੁੱਕੀਆਂ ਨੇ, ਗਜ਼ਟੀਅਰ ਰੈਜ਼ਿਸਟੈਂਸ ਦੇ ਨਾਲ ਭਰੇ ਪਏ ਨੇ, ਜਿਨ੍ਹਾਂ ਸਕੂਲਾਂ 'ਚ ਇੰਪੋਜ਼ ਕੀਤੀ, ਬੱਚਿਆਂ ਨੂੰ ਮਾਪਿਆਂ ਨੇ ਇਹਤਜਾਜ ਕੀਤਾ, ਬੱਚਿਆਂ ਲੋਕਾਂ ਨੂੰ ਮਾਰਿਆ ਗਿਆ ਬਕਾਇਦਾ ਕਿਉਂਕਿ ਉਹ ਪੰਜਾਬੀ ਉਹ ਪੜ੍ਹਨਾ ਚਾਹੁੰਦੇ ਸਨ। ਪੰਜਾਬੀ ਵਾਸਤੇ ਇਹਨਾਂ ਨੇ ਇਹਤਜਾਜ ਕੀਤਾ, ਜਿਵੇਂ ਉੱਧਰ ਸਾਊਥ ਇੰਡੀਆ 'ਚ ਵੀ ਇਹਤਜਾਜ ਹੋਏ ਸਨ। ਲੇਕਿਨ ਜਦੋਂ ਸਾਰੀ ਮਸ਼ੀਨਰੀ ਉੱਧਰ ਚੜ੍ਹ ਜਾਵੇ ਤਾਂ ਬੰਦਾ ਉੱਥੇ ਕੀ ਕਰਦਾ ਹੈ। ਔਰ ਇਹ ਹੋਇਆ, ਲੇਕਿਨ ਬਾਅਦ ਦੇ ਵਿੱਚ ਇਹ ਜ਼ਰੂਰ ਹੈ ਕਿ ਕਮ ਸੇ ਕਮ ਅਗਰ ਚਲੋ ਇੱਕ ਬੰਗਲਾਦੇਸ਼ ਵੱਖਰਾ ਹੋ ਗਿਆ ਤਾਂ ਉਸ ਤੋਂ ਬਾਅਦ ਹੀ ਇਹ ਕਰਦੇ। ਇੱਥੇ ਫਿਰ ਕਈ ਲੋਕ ਐਸੇ ਸਨ ਜਿਨ੍ਹਾਂ ਨੂੰ ਉਸ ਵੇਲੇ ਚਾਹੀਦਾ ਸੀ, ਜਿਵੇਂ ਭੱਟੋ ਦੇ ਵੇਲੇ 'ਚ ਇਹ ਪੋਸੀਬਲ ਸੀ, ਜਿਸ ਵੇਲੇ ਦੂਸਰੇ ਸੂਬਿਆਂ 'ਚ ਹੋ ਗਿਆ ਔਰ ਸਿੰਧ 'ਚ ਹੋ ਗਿਆ ਉਚੇਚੇ ਤੌਰ 'ਤੇ ਪੰਜਾਬ ਦਾ ਹੱਕ ਬਣਦਾ ਸੀ। ਬਲਕਿ ਪੰਜਾਬੀ ਹੀ ਅਕਸਰੀਤੀ ਬੁਨਿਆਦਾਂ 'ਤੇ, ਜਿਸ ਵੇਲੇ 60 to 70% ਪਾਪੂਲੇਸ਼ਨ ਪੰਜਾਬ ਹੈ, ਪੰਜਾਬੀ ਸਪੀਕਿੰਗ ਨੇ, ਪੰਜਾਬੀ ਹੁਣ ਵੀ ਇਸ ਮੁਲਕ 'ਚ 80% ਲੋਕ ਸਮਝਦੇ ਨੇ, ਅਤੇ ਉਹ ਇਸ ਮੁਲਕ ਦੀ ਕੌਮੀ ਔਰ ਸਰਕਾਰੀ ਬੋਲੀ ਹੋਣ ਦਾ ਦਰਜਾ ਰੱਖਦੀ ਸੀ। ਅੱਜ ਵੀ ਨਹੀਂ, ਕਿਸੇ ਵੀ ਸੋਸ਼ਲ ਡੈਮੋਕ੍ਰੇਟ ਕੰਟਰੀ ਦੇ ਵਿੱਚ ਜਾਓ ਔਰ ਲੋਕ ਜਿਹੜੇ ਉੱਥੇ ਵਸਦੇ ਨੇ, ਜਿਹੜੀ ਉਹਨਾਂ ਦੀ ਬੋਲੀ ਹੈ, ਫਿਰ ਹੈ ਕਿ ਉਸ ਮੁਲਕ ਦੀ ਸਰਕਾਰੀ ਜਾਂ ਸਟੇਟ ਦੀ ਬੋਲੀ ਕਿਹੜੀ ਹੁੰਦੀ, ਉਹਦੇ ਮਿਆਰ ਕੀ ਨੇ, ਕਿਹੜੀ ਹੋਣੀ ਚਾਹੀਦੀ ਹੈ। ਜਿਹਨੂੰ ਜ਼ਿਆਦਾ ਲੋਕ ਬੋਲਦੇ ਨੇ ਓਬਵੀਅਸਲੀ ਉਹ ਹੋਏਗੀ। ਹੁਣ 60 ਸਾਡੇ ਨੈਰੇਟਿਵ ਹੋਰ ਨੇ। ਨਹੀਂ, ਲੇਕਿਨ ਅਗਰ ਤੁਸੀਂ ਪੋਲੀਟੀਕਲੀ ਵੇਖੋ ਤੇ ਅਗਰ ਇਹ ਹੋ ਜਾਂਦਾ ਜਿਵੇਂ ਤੁਸੀਂ ਕਹਿ ਰਹੇ ਹੋ, ਫਿਰ ਤੇ ਪਹਿਲੇ ਇੱਕ ਬੜਾ ਵੱਡਾ ਸਟਿਗਮਾ ਲੱਗਦਾ ਹੈ ਪੰਜਾਬੀ ਐਸਟੈਬਲਿਸ਼ਮੈਂਟ ਦੇ ਉੱਤੇ ਕਿ ਐਸਟੈਬਲਿਸ਼ਮੈਂਟ ਮੋਰ ਔਰ ਲੈਸ ਪੰਜਾਬੀ ਹੈ, ਤੇ ਹੋਰ ਜ਼ਿਆਦਾ ਖਤਰਨਾਕ ਹੋਣਾ ਸੀ। ਪੰਜਾਬੀ ਐਸਟੈਬਲਿਸ਼ਮੈਂਟ ਪਹਿਲੇ ਕਿਤੇ ਐਸਟੈਬਲਿਸ਼ਮੈਂਟ ਪੰਜਾਬੀ ਹੈ। ਪੰਜਾਬੀ ਦੀ ਐਸਟੈਬਲਿਸ਼ਮੈਂਟ ਹੁਣ ਆਉਣ ਡਈ ਹੈ ਨਾ। ਹੁਣ ਜਿਹੜੇ ਇਹਨਾਂ ਨੇ ਕੌਮ ਪ੍ਰਸਤੀ ਦੀਆਂ ਲਹਿਰਾਂ ਚਲਾ ਕੇ ਪੂਰੀ ਦੁਨੀਆ ਨੂੰ ਦੱਸਦਾ ਕਿ ਪੰਜਾਬੀ ਸਾਨੂੰ ਲੁੱਟ ਕੇ ਖਾ ਗਿਆ। ਪੰਜਾਬੀ ਤੇ ਲੁੱਟਿਆ ਹੋਇਆ ਆਇਆ ਸੀ। ਕਿਹੜੀ ਐਸਟੈਬਲਿਸ਼ਮੈਂਟ ਸੀ ਪੰਜਾਬੀ ਦੀ? ਤੱਕ ਲੁੱਟਿਆ ਜਾ ਰਿਹਾ ਨਹੀਂ, ਉਹ ਗੱਲ ਨਹੀਂ ਹੈ। ਪੰਜਾਬੀ ਐਸਟੈਬਲਿਸ਼ਮੈਂਟ ਇਸ ਤਰ੍ਹਾਂ ਦੀਆਂ ਜਿੰਨੀਆਂ ਮਰਜ਼ੀ ਨੈਰੇਟਿਵ ਚਲਾ ਕੇ ਵੇਖ ਲਓ। ਮੈਂ ਇਹ ਨਹੀਂ ਕਹਿ ਰਿਹਾ, ਮੈਂ ਇਨਸਾਨੀ ਬੁਨਿਆਦਾਂ 'ਤੇ ਕਹਿ ਰਿਹਾ। ਅਗਰ ਪੰਜਾਬੀ ਐਸਟੈਬਲਿਸ਼ਮੈਂਟ ਪੰਜਾਬੀ ਕੌਮ ਪ੍ਰਸਤੀ ਦੀ ਬੁਨਿਆਦ 'ਤੇ ਕਿਸੇ ਦੀ ਦੁਸ਼ਮਣ ਨਹੀਂ ਹੈਗੀ, ਨਹੀਂ ਹੈਗੀ, ਕੋਈ ਸ਼ੱਕ ਨਹੀਂ। ਉਹਦਾ ਰੌਲਾ ਹੀ ਨਹੀਂ ਹੈਗਾ। ਉਹ ਤੇ ਉਹਨਾਂ ਦੇ ਉਹ ਸਿਸਟਮ ਦੇ ਅੰਦਰ ਹੈ ਜਿਹੜਾ ਉਹਨਾਂ ਦਾ ਲੁੱਟ ਮਾਰ ਦਾ ਜਾਂ ਕਬਜ਼ੇ ਦਾ ਜਾਂ ਕੰਟਰੋਲ ਦਾ ਜਾਂ ਉਹਦੇ ਅੰਦਰ ਹੈ। ਉਹ ਸਾਡੇ ਵਸੀਲਿਆਂ ਨੂੰ ਵੀ ਉਹ ਖਾ ਰਹੀ ਹੈ। ਉਹ ਪੰਜਾਬੀ ਵੀ ਹੋਵੇ, ਉਹ ਸਿੰਧੀ ਐਸਟੈਬਲਿਸ਼ਮੈਂਟ ਵੀ, ਬਲੋਚੀ, ਉਹਦਾ ਕੰਮ ਹੀ ਹੋਵੇ, ਉਹ ਇਹ ਸਾਰੇ ਮੁਲਕ ਦੇ ਵਿੱਚ ਉਹ ਕਰ ਰਹੀ ਹੈ। ਉਹਨੂੰ ਨਹੀਂ ਹੁਣ ਇਹ, ਕਿਉਂਕਿ ਅਕਸਰੀਅਤ ਹੈ। ਔਰ ਤੋਂ ਇਹ ਕਿ ਪੰਜਾਬੀ ਬੋਲਣਾ ਪੈਣ ਕਿਸੇ ਦੇ ਬੰਗਾਲੀਆਂ ਵਾਂਗੂ, ਉੱਠਣਾ ਪੈਣ, ਆਪਣੀ ਗੱਲ ਨਾ ਕਰਨ। ਪੰਜਾਬੀ ਦੀ ਗੱਲ ਕਰਨ ਵਾਲੇ ਨੂੰ ਅਗਲੇ ਨੇ ਗਦਾਰ ਤੱਕ ਆਖਿਆ, ਪਤਾ ਨਹੀਂ ਕੀ ਮੁਸ਼ਕਿਲਾਂ ਉਹਨਾਂ ਨੂੰ ਝੱਲਣੀਆਂ ਪਈਆਂ। ਉਹ ਲੋਕ ਜਿਨ੍ਹਾਂ ਨੇ ਪੰਜਾਬੀ ਵਾਸਤੇ ਸ਼ੁਰੂ 'ਚ ਕੰਮ ਕੀਤਾ, ਉਹਨਾਂ ਦੀ ਉਹ ਸਾਡੇ ਵਟਕੇ ਜਿਨ੍ਹਾਂ ਨੇ ਕੰਮ ਕੀਤਾ, ਉਹਨਾਂ ਨੇ ਬੜੀ ਮਲਾਮਤਾਂ ਝੱਲੀਆਂ ਨੇ, ਗਦਾਰੀ ਤੱਕ ਦੀਆਂ। ਹੁਣ ਤੇ ਆ ਕੇ ਹੁਣ ਬੁਨਿਆਦੀ ਗੱਲ ਹੋ ਗਈ ਹੈ, ਹੁਣ ਸੂਬਾਈ ਖੁਦ ਮੁਖਤਾਰੀਆਂ ਹੋ ਗਈਆਂ ਨੇ। ਇਹ ਸਾਰੀ ਗੱਲ ਇਹ ਵੇ ਕਿ ਮੈਂ ਉਰਦੂ ਦਾ ਜਾਂ ਕਿਸੇ ਅੰਗਰੇਜ਼ੀ ਦਾ ਜਾਂ ਕਿਸੇ ਜ਼ੁਬਾਨ ਦਾ ਜਾਂ ਕਿਸੇ ਕੌਮ ਦਾ ਮੁਖਾਲਫ ਨਹੀਂ ਹਾਂ। ਮੈਂ ਬੰਦਿਆਈ ਦੀ ਬੁਨਿਆਦਾਂ 'ਤੇ ਕਰਨਾ, ਇਨਸਾਨੀ ਬੁਨਿਆਦਾਂ 'ਤੇ ਮੇਰਾ ਹੱਕ ਹੈ। ਮੇਰੀ ਬੋਲੀ 'ਚ ਮੈਨੂੰ ਪੜ੍ਹੋ, ਮੈਂ ਹੋਰ ਬੋਲੀਆਂ ਵੀ ਪੈਰਲਲ 4 ਪੜ੍ਹਾਂ, ਮੈਨੂੰ ਉਰਦੂ ਵੀ ਪੜ੍ਹਾ ਲਓ, ਮੈਨੂੰ ਅੰਗਰੇਜ਼ੀ ਵੀ ਪੜ੍ਹਾ ਲਓ, ਮੇਰੀ ਬੋਲੀ 'ਤੇ ਨਾ ਖੋਵੋ। ਮੈਨੂੰ ਮੇਰੀ ਬੋਲੀ, ਮੈਂ ਆਪਣੀ ਜੜ੍ਹ ਨਾਲ ਲਾਵਾਂ, ਆਪਣੀ ਵਿਰਸੇ ਨਾਲ ਜੁੜਾਂ, ਆਪਣੀ ਤਾਰੀਖ ਨਾਲ ਜੁੜਾਂ, ਆਪਣੇ ਵਟਕਿਆਂ ਮਾਂ ਬਾਪ ਨਾਲ ਜੁੜਾਂ। ਮੇਰੀ ਇਸ ਧਰਤੀ ਦੀ ਜਿਹੜੀ ਸਦੀਆਂ ਦੀ ਦਾਨਿਸ਼ ਉਹ ਮੈਨੂੰ ਪਤਾ ਹੋਵੇ। ਮੇਰੇ ਮਾਪੇ ਆਪਣਾ ਐਕਸਪੀਰੀਅੰਸ ਸ਼ੇਅਰ ਕਰਨ, ਮੈਂ ਜੋ ਪੜ੍ਹ ਕੇ ਸਕੂਲੋਂ ਆਉਣਾ ਮੈਂ ਘਰ ਦੱਸ ਸਕਾਂ। ਅਸੀਂ ਤੇ ਸਾਨੂੰ ਤੇ ਮਤਲਬ ਪਤਾ ਹੀ ਨਹੀਂ ਲੱਗਣ ਦਿੱਤਾ। ਇਹ ਸਾਰੇ ਐਜੂਕੇਸ਼ਨ ਸਿਸਟਮ ਨੇ ਸਾਨੂੰ ਸਾਡੇ ਵਟਕਿਆਂ ਤੋਂ ਤੋੜ ਦਿੱਤਾ, ਜੋੜਿਆ ਨਹੀਂ। ਲੇਕਿਨ ਇੱਕ ਗੱਲ ਹੈ ਨਾ, ਅਸੀਂ ਪੂਰੇ ਵਸੇਬੀ ਤਜਰਬੇ ਤੋਂ, ਦਾਨਿਸ਼ ਤੋਂ ਦੂਰ ਹੋ ਗਏ। ਆਲਮੀ ਅਦਬ ਦੇ ਤਰਾਜਮ ਪੰਜਾਬੀ ਦੇ ਵਿੱਚ ਲੇਟਲੀ ਅਗਰ ਹੋਣੇ ਸ਼ੁਰੂ ਬਈ ਜਿਸ ਵੇਲੇ ਬੋਲੀ ਅਦਾਰੇ ਸਰਕਾਰ ਦੇਖੋ ਇੰਡੀਵਿਜੂਅਲੀ ਕਰਨਾ ਇਨਕਲਾਬੀ ਕੰਮ ਸੀ। ਇੱਥੇ ਦੇ ਇਨਕਲਾਬੀਆਂ ਨੇ ਉਰਦੂ ਚੱਕੀ ਰੱਖੀ। ਐਸਟੈਬਲਿਸ਼ਮੈਂਟ ਨਾਲ ਲੜਨਾ ਹੈ, ਕਬਜ਼ੇ ਨਾਲ ਲੜਨਾ ਹੈ ਇਸੇ ਮੁਲਕ ਦੇ। ਅਤੇ ਇਹ ਜਿਹੜੇ ਇੱਥੇ ਇਨਕਲਾਬ ਕਰਨ ਆਏ ਸਨ, ਉਦੋਂ ਉਹ ਵੀ UP CP 'ਚੋਂ ਆਏ ਸਨ।
ਉਹਨਾਂ ਨੂੰ ਨਹੀਂ ਸਮਝ ਆਉਂਦੀ ਸੀ ਕਿ ਇੱਥੇ ਦੀ ਮਜ਼ਦੂਰਾਂ ਕਿਸਾਨਾਂ ਦੀ ਗੱਲ ਕਰਨੀ ਹੈ, ਇਹਨਾਂ ਦੀ ਬੋਲੀ 'ਚ ਕਰਨੀ, ਸਵਾਏ ਮੇਜਰ ਇਸਹਾਕ ਸਾਹਿਬ ਤੋਂ ਮਜ਼ਦੂਰ ਕਿਸਾਨ ਪਾਰਟੀ। ਕਿਸੇ ਨੇ ਉਹਨਾਂ ਨੇ ਲਿਖਿਆ ਵੀ ਬੋਲੀ ਪਾਰਟੀ ਦੀ ਬੋਲੀ ਵੀ ਬਣਾਈ, ਪਸ਼ਤੂਨ ਦੇ ਵਿੱਚ ਪਖਤੂਨਖਵਾ ਦੇ ਵਿੱਚ ਜਾ ਕੇ ਉੱਥੇ ਦੀ ਬੋਲੀ 'ਚ ਹੀ ਬਣਾਈ, ਅੱਜ ਵੀ ਸਿੰਧ ਵਿੱਚ ਉੱਥੇ ਦੇ ਲੋਕਾਂ ਨੇ ਉੱਥੇ ਦੀ ਬੋਲੀ 'ਚ ਕੀਤੀ। ਹੁਣ ਅਸੀਂ ਕਹਿ ਕਿ ਸ਼ੇਖ ਅਯਾਜ਼ ਸਿੰਧੀ ਲਿਖ ਕੇ ਉੱਥੇ ਦੇ ਇਸ ਵੇਲੇ ਇਨਕਲਾਬੀ ਔਰ ਕੌਮੀ ਸ਼ਾਇਰ ਬਣ ਦਾ ਦਰਜਾ ਲੈ ਗਏ ਨੇ। ਅਤੇ ਇੱਥੇ ਅਸੀਂ ਮੈਂ ਇਹ ਕਹਿ ਰਿਹਾ ਕਿ ਇੱਥੇ ਜਿਹੜੇ ਲੋਕ ਸਨ, ਅਗਰ ਇੱਥੇ ਦਾ ਜ਼ਿਹਨ ਪੰਜਾਬੀ ਦੇ ਹੱਕ 'ਚ ਭੁਗਤਦਾ, ਜਿਹੜਾ ਕਿ ਨਹੀਂ ਭੁਗਤਣ ਦਿੱਤਾ ਗਿਆ ਜ਼ਬਰ ਦੀ ਵਜ੍ਹਾ ਨਾਲ, ਮੁਸੱਲਤ ਕਰਨ ਦੀ ਵਜ੍ਹਾ ਨਾਲ, ਉਰਦੂ ਮੁਸੱਲਤ ਕਰਨ ਦੀ ਵਜ੍ਹਾ ਨਾਲ। ਅਤੇ ਆਪਣਾ ਮੰਟੋ ਹੋਇਆ, ਇਕਬਾਲ ਹੈ, ਉਪਿੰਦਰ ਨਾਥ ਅਸ਼ਕ ਹੈ, ਰਜਿੰਦਰ ਸਿੰਘ ਬੇਦੀ ਹੈ, ਬਲਵੰਤ ਸਿੰਘ ਹੈ, ਇਹ ਨਾਂ ਦੇਖਣਾ ਹੈ। ਬਿਲਕੁਲ, ਬਹੁਤ ਵੱਡੇ ਵੱਡੇ ਅਸ਼ਫਾਕ, ਜਿਹਨੇ ਬਾਅਦ ਦੇ ਵੀ ਲੈ ਲਓ, ਫੈਜ਼ ਅਹਿਮਦ ਫੈਜ਼ ਹੈ, ਇਹ ਸਾਰੇ ਲੋਕ, ਜਿੰਨਾ ਅਫਸਾਨਾ ਨਿਗਾਰ ਵੱਡਾ, ਨਾਵਲ ਨਿਗਾਰ ਵੱਡਾ, ਸ਼ਾਇਰ ਵੱਡਾ, 90% ਪੰਜਾਬੀ ਹੈ। ਪੰਜਾਬੀ ਜ਼ਿਹਨ ਨੇ, ਪੰਜਾਬੀ ਇਨਸਾਨ ਨੇ, ਬੰਦੇ ਨੇ। ਪੰਜਾਬੀ ਬੋਲੀ ਜਿਹੜੀ ਉਹਦੇ ਕੋਲ ਖੋਈ ਗਈ, ਉਹਦੇ ਤੋਂ ਉਹਨੂੰ ਦੂਰ ਕਰਕੇ ਅਤੇ ਇਸ ਕੌਮ ਦੇ ਪੂਰੀ ਸਮਝ ਔਰ ਸ਼ਊਰ ਔਰ ਤਰੱਕੀ ਦਾ ਔਰ ਵਿਜ਼ਨ ਦਾ ਔਰ ਸਦੀਆਂ ਦੀ ਦਾਨਿਸ਼ ਦਾ, ਉਸਤਾਰੇ ਦਾ ਨੁਕਸਾਨ ਕੀਤਾ। ਲੇਕਿਨ ਮਜ਼ਦੂਰ ਕਿਸਾਨ ਨੇ ਤਾਂ ਬੈਟਰੇ ਕਦੇ ਵੀ ਨਹੀਂ ਕੀਤਾ, ਕਿਸੇ ਸਟੇਜ ਤੇ ਨਹੀਂ ਵੀ ਉਹਨਾਂ ਦੀ ਜਗਾਣਾ ਕਿਨੇ, ਉਹ ਕਰ ਕੱਤਣ ਵੱਲ ਧਿਆਨ ਕਰੇ, ਅਰਬੀਆਂ ਫਾਰਸੀਆਂ ਪੜ੍ਹ ਕੇ ਤੇ ਬੁੱਲਾ ਤੇ ਕਹਿ ਰਿਹਾ। ਸ਼ਾਹ ਹੁਸੈਨ ਤੇ ਕਹਿੰਦਾ ਤਖਤ ਨਾ ਮਿਲਦੇ ਮੰਗੇ। ਖਾਜਾ ਗੁਲਾਮ ਫਰੀਦ ਅੰਗਰੇਜ਼ ਨੂੰ ਕਹਿ ਰਿਹਾ ਸੀ ਆਪਣੀ ਨਗਰੀ ਆਪ ਸਾਧ ਪੱਟ ਅੰਗਰੇਜ਼ੀ ਥਾਣੇ, ਉਹ ਤਾਂ ਕਹਿ ਰਿਹਾ। ਇਹ ਤਾਂ ਰਜਿਸਟ ਕਰ ਰਹੇ ਨੇ ਸਾਰੇ। ਕੋਈ ਪੰਜਾਬੀ ਸ਼ਾਇਰ ਕੋਈ ਦਰਬਾਰ 'ਚ ਨਹੀਂ ਢੁਕਿਆ ਜਾ ਕੇ। ਅਤੇ ਇਹ ਜਿਨ੍ਹਾਂ ਨੂੰ ਅਸੀਂ ਪੜ੍ਹ ਕੇ ਕਮਲੇ ਹੋ ਗਏ ਹਾਂ, ਇਹ ਦਰਬਾਰੋਂ ਬਾਹਰ ਨਹੀਂ ਨਿਕਲਿਆ ਕੋਈ। ਇੱਥੇ ਗਾਲਿਬ ਵਰਗੇ ਨੂੰ ਜੰਗੇ ਆਜ਼ਾਦੀ ਦਾ ਹੀਰੋ ਅਗਲੇ ਕਹਿ ਰਹੇ ਸਨ, ਜਿਹੜਾ ਖੁਦ ਕਹਿੰਦਾ ਕਿ ਮੇਰਾ ਨੌ ਅੰਗਰੇਜ਼ ਦੀ ਵਫਾਦਾਰੀ 'ਚ ਔਰ ਉਹਦੇ ਦਸਤਰਖਾਨ ਦੀਆਂ ਰੋਟੀਆਂ ਖਾਂਦੇ ਮੈਂ 60 ਸਾਲ ਗੁਜ਼ਾਰੇ ਨੇ। ਇਹ ਖੁਦ ਕਹਿ ਕੇ ਲਿਖ ਕੇ ਹੱਥੀਂ ਗਿਆ। ਅਤੇ ਇੱਥੇ ਵਾਲੇ ਜਿਹੜੇ ਨੇ ਉਹਨੂੰ ਹੁਰੀਅਤ ਪਸੰਦ, ਉਹਨੂੰ ਜੰਗੇ ਆਜ਼ਾਦੀ ਦਾ ਹੀਰੋ, ਉਹਦੀ ਹੁੱਬਲ ਵਤਨੀ 'ਤੇ ਕੋਈ ਸ਼ੱਕ ਹੀ ਨਹੀਂ ਹੋ ਸਕਦਾ। ਅਤੇ ਅੰਗਰੇਜ਼ਾਂ ਦੇ ਉੱਤੇ, ਅੰਗਰੇਜ਼ਾਂ ਦੇ ਵਾਸਤੇ ਉਹਨੇ ਪੂਰੀ ਕਿਤਾਬ ਲਿਖੀ ਹੈ, ਪੂਰੀ ਰਿਪੋਰਟ ਲਿਖੀ ਹੈ। ਉਹ ਮੁਜਾਹਿਦੀਨ ਜਿਹੜੇ, ਉਹ ਲੋਕ ਜਿਹੜੇ ਅੰਗਰੇਜ਼ ਦੇ ਨਾਲ ਲੜੇ ਸੀ, ਉਹਨਾਂ ਨੂੰ ਤਾਂ ਕਰੋੜ ਗਾਲਾਂ ਕੱਢੀਆਂ ਦਸਤੰਬੋ ਦੇ ਵਿੱਚ, ਜਿਹੜੀ ਕਿਤਾਬ ਗਾਲਿਬ ਦੀ। ਵੱਡੇ ਤਵਾਰੀਖੀ ਹੱਥ ਹੋਏ ਨੇ। ਅਸੀਂ ਲੜੇ ਹਾਂ, ਅਸੀਂ ਰਜਿਸਟ ਕੀਤਾ ਹੈ, ਉਹਦੀਆਂ ਸਜ਼ਾਵਾਂ ਵੀ ਅਸੀਂ ਭੁਗਤ ਰਹੇ ਹਾਂ। ਸਾਡੀ ਕਹਿੰਦੇ ਨੇ ਕਿਸੇ ਕੌਮ ਨੂੰ ਤਬਾਹ ਬਰਬਾਦ ਕਰ ਦੇਣਾ ਹੋਵੇ, ਉਹ 'ਤੇ ਬੰਬ ਚਲਾਉਣ ਦੀ ਲੋੜ ਨਹੀਂ, ਉਹਦੇ ਕੋਲ ਬੋਲੀ ਖੋਲੋ। ਉਹ ਸੋਚਣ ਸਮਝਣ ਤੋਂ ਗਈ, ਉਹ ਡੰਗਰਵਾਦਾ ਹੋ ਜਾਏਗਾ ਨਾ। ਉਹ ਸਾਡੇ ਨਾਲ ਹੋਇਆ। ਇਹ ਤਾਂ ਨਹੀਂ ਕਿ ਸਾਡਾ ਐਲੀਟ ਔਰ ਸਾਡਾ ਮਜ਼ਦੂਰ ਤਬਕਾ ਡਿਫਰੈਂਟ ਜ਼ਬਾਨਾਂ ਨੂੰ ਓਨ ਕਰਦਾ ਅੱਜ ਵੀ। ਯਾਰ ਮਜ਼ਦੂਰ ਤਬਕੇ ਨੇ ਓਨ ਤੇ ਉਹਦੇ ਕੋਲ ਹੋਰ ਹੈ ਕੀ ਹੈ, ਉਹਨੇ ਤਾਂ ਆਪਣੀ ਕਰਨੀ ਹੈ। ਇਹ ਤੇ ਐਲੀਟ ਹੈ ਨਾ, ਜਿਹੜਾ ਸਰਕਾਰ ਦੇ ਬਾਰੇ ਨਾਂ ਲਿਖਵਾ ਕੇ ਕਲਾਸਾਂ ਬਦਲ ਕੇ ਜਾਂ ਉਸ ਧਾਰੇ ਦੇ ਵਿੱਚ ਜਾ ਕੇ ਹੋ ਕੇ ਆ ਜਾਣਗੇ, ਉਹ ਉਹਨਾਂ ਦਾ ਤਾਂ ਹੋ ਸਕਦਾ। ਮਾੜੇ ਮੁਹੱਤੜ ਦਾ ਕੀ ਅੱਜ ਦੇ ਪੰਜਾਬੀ ਹੁਣ ਤੇ ਉਹ ਜਬਰੀ ਤੌਰ ਤੇ ਬੋਲ ਰਿਹਾ ਨਾ। ਹੁਣ ਮੇਰਾ ਭਰਾ ਵੀ, ਉਹਨੂੰ ਆਉਂਦੀ ਵੀ ਨਹੀਂ ਉਰਦੂ, ਬਾਲ ਉਹਨੇ ਜੰਮੇ ਨੇ, ਸਕੂਲੇ ਉਹਨੇ ਪੜ੍ਹਾਉਣਾ ਹੈ, ਸਕੂਲੋਂ ਲੈਟਰ ਨੇ ਵੀ ਆਉਣਾ ਹੈ ਬੱਚੋਂ ਕੇ ਸਾਥ ਪੰਜਾਬੀ ਨਾ ਬੋਲੇ। ਅਤੇ ਸਕੂਲਾਂ ਨੇ ਇੱਥੇ ਐਸੀਆਂ ਦਰਖਾਸਤਾਂ ਵੀ ਮਾਪਿਆਂ ਨੂੰ ਪਾ ਦਿੱਤੀਆਂ ਨੇ, ਉਹ ਵਿਚਾਰੇ ਕਾਠੀ ਜੀ ਉਰਦੂ ਬੋਲਦੇ ਨੇ, ਆਉਂਦੀ ਹੈ ਕੋਈ ਨਹੀਂ। ਸਵਾਲ ਇਹੀ ਹੈ ਕਿ ਇਹੀ ਸਕੂਲ ਸਿੰਧ ਵਿੱਚ ਵੀ ਨੇ, ਅਸੀਂ ਸੱਕਰ ਵਿੱਚ ਵੀ ਰਹੇ ਹਾਂ, ਸਿੰਧ ਵਿੱਚ ਵੀ ਨੇ, KPK ਵਿੱਚ ਵੀ ਨੇ, ਬਲੋਚਿਸਤਾਨ ਵਿੱਚ ਵੀ ਨੇ। ਉੱਥੇ ਇਸ ਜਬਰ ਨੂੰ ਤਾਂ ਬਰਦਾਸ਼ਤ ਨਹੀਂ ਕੀਤਾ ਜਾਂਦਾ ਔਰ ਨਾ ਇਹ ਜਬਰ ਹੁੰਦਾ ਹੈ। ਬਈ ਇਹ ਗੱਲ ਇਹ ਵੇ ਕਿ ਹੁਣ ਇਹ ਅੱਜ ਪੰਜਾਬੀ ਕਿਉਂ ਕਰਦਾ ਬਰਦਾਸ਼ਤ? ਮੈਂ ਇਹੀ ਕਹਿ ਰਿਹਾ ਕਿ ਇਹਦੇ ਕੋਲ ਕਬਜ਼ੇ ਵੱਡੇ ਨੇ, ਪਾਪੂਲੇਸ਼ਨ ਵੱਡੀ ਹੈ, ਇਹਨੂੰ ਮਤਲਬ ਆਪਣੀ ਧਰਤੀ ਨਾਲ ਜੋੜਨ ਦੀ ਉਹਨਾਂ ਦੇ ਕੋਲ ਕਾਂਪਰਸ ਦੀ ਹੈਗੀ ਨਾ, ਤਿੰਨਾਂ ਦੇ ਕੋਲ ਹੈ। ਲੇਕਿਨ ਤੁਹਾਡਾ ਜ਼ਿਆਦਾ ਵੱਡੀ ਬੈਲਟ ਤੇ ਸਰਾਇਕੀ ਬੈਲਟ ਹੈਗੀ, ਵਸੇਬ ਹੈ। ਉਹ ਸਰਾਇਕੀ ਤੇ ਕੱਲ ਦਾ ਨਾਂ ਆ ਨਾ, ਸਰਾਇਕੀ ਤੇ ਰਿਆਸਤੀ ਨੂੰ, ਲਹਿੰਦੀ ਨੂੰ, ਮੁਲਤਾਨੀ ਨੂੰ, ਇਹ ਤੇ ਹੈ ਵੀ ਸਿੰਧ ਦਾ ਇਲਾਕੇ ਦੀ, ਸਿੰਧ ਦਾ। ਇਸ ਇਲਾਕੇ ਦੇ ਵਿੱਚ ਕਦੇ ਵੀ ਇਹਦਾ ਨਾਂ ਨਹੀਂ ਰਿਹਾ। ਲੇਕਿਨ ਪੰਜਾਬੀ ਤੇ ਨਹੀਂ ਨਾ ਹੈਗਾ, ਉਹ ਹੈ ਤੇ ਵੀ ਪੰਜਾਬੀ। ਅਗਰ ਅਸੀਂ ਕਹਿੰਦੇ ਮੈਂ ਸਿੰਧ 'ਚ ਰਹਿ ਕੇ ਸਿੰਧੀ ਪੜ੍ਹ ਲੈਂਦਾ ਸੀ, ਸਿੰਧੀ ਪੰਜਾਬੀ ਦੇ ਬਹੁਤ ਨੇੜੇ ਹੈ। ਇਹ ਬੋਲੀਆਂ ਐਂ ਜੀ ਥੋੜ੍ਹੇ ਫਰਕ ਨਾਲ ਜਾ ਰਹੀਆਂ ਨੇ, ਲੇਕਿਨ ਪੰਜਾਬ ਦਾ ਇੱਕ ਪੂਰੀ ਇੱਕ ਜੂ ਹੈ। ਅੱਛਾ ਸਾਹਿਰ ਭਾਈ, ਅਗਰ ਤੁਹਾਡੀ ਗੱਲ ਮੰਨ ਲਿੱਤੀ ਜਾਏ ਤੇ ਇੰਡੀਅਨ ਪੰਜਾਬ, ਉਹਦੇ ਨਾਲ ਵੀ ਤਾਂ ਉਹਨਾਂ ਜ਼ੁਲਮ ਹੋਇਆ ਹੈ। ਉੱਥੇ ਤਾਂ ਪੰਜਾਬੀ ਫਲਰਿਸ਼ ਕਰ ਰਹੀ ਹੈ, ਉੱਥੇ ਮਿਊਜ਼ਿਕ ਵਿੱਚ, ਆਰਟ ਵਿੱਚ, ਕਲਚਰ ਵਿੱਚ, ਆਮ ਅਬਲਾਗ ਦੇ ਵਿੱਚ।
ਉੱਥੇ ਫਲਰਿਸ਼ ਕਰ ਰਹੀ ਹੈ ਪੰਜਾਬੀ ਜ਼ੁਬਾਨ, ਇੱਥੇ ਨਹੀਂ ਕਰ ਰਹੀ। ਇੱਥੇ ਜ਼ਿਆਦਾ ਸੱਟਾਂ ਵੱਜੀਆਂ ਹੋਈਆਂ ਨੇ। नहीं, ਅਸੀਂ ਕਿਸੇ हद तक मकबूजा हैं हम, ठीक है। आज तक है मामला है। ਉਹ ਵੀ ਮੋਦੀ ਨੂੰ ਗਾਲਾਂ ਨਹੀਂ, ਕੱਢਦੇ ਉਹ ਨੇ, ਹੁਣ ਇੰਦਰਾ ਦੀ ਗਾਂਧੀ ਨੂੰ ਗੱਲ- ਮਾਰਤਾ ਨਹੀਂ, ਉਹਨਾਂ ਹੁਣ ਨੇ। ਦੀ ਗੱਲ ਹੈ, ਉਹਨਾਂ ਨੇ ਵੀ ਬਹਰਹਾਲ ਸਟਰਗਲ ਮੁਸ਼ਕਲਾਂ ਉਹਨਾਂ ਨੂੰ ਵੀ ਸ਼ੁਰੂ 'ਚ ਰਹੀਆਂ ਨੇ, ਬਾਅਦ ਦੇ ਵਿੱਚ ਕਿਉਂਕਿ ਉਹਨਾਂ ਦਾ ਜਿਹੜਾ ਪੂਰਾ ਸਿਸਟਮ ਹੈ ਉਹਦੇ ਵਿੱਚ ਬੜੀ ਡਾਇਵਰਸਿਟੀ ਹੈ। ਅੱਛਾ, ਉਹਦੇ ਵਿੱਚ ਬਹੁਤ ਸਾਰੀਆਂ ਕੌਮਾਂ ਨੇ, ਮਤਲਬ ਉਹਦੇ ਵਿੱਚ, ਔਰ ਉਹਨਾਂ ਦੇ ਆਇਨ ਦੇ ਵਿੱਚ ਦਾ ਹਿੱਸਾ ਹੈ। ਉੱਥੇ ਇਸ ਤਰ੍ਹਾਂ ਦਾ ਨਹੀਂ ਹੈ ਕਿ ਬਈ ਪੰਜਾਬੀ ਦੇ ਨਾਲ ਜਿਹੜਾ ਐਥਨਿਕ ਕਲੈਸ਼ ਨਹੀਂ ਹੈਗੇ ਉੱਥੇ, ਨਹੀਂ ਹੈਗੇ ਨਾ। ਇੱਥੇ ਤੇ ਇੱਥੇ ethnic ਨੈਰੇਟਿਵ ਹੋਰ ਚਲਾਤੇ ਗਏ ਨਾ, Narrative ਇੱਥੇ ਤੇ ਹਾਂ ਨੈਰੇਟਿਵ ਹੋਰ ਚਲਾਤੇ। ਆਇਨੀ ਤੌਰ ਤੇ ਕੋਈ ਸਟੇਬਲ ਨਾ ਰਿਹਾ। 70 ਤੱਕ ਤਾਂ ਕੋਈ ਇਲੈਕਸ਼ਨ ਹੀ ਨਹੀਂ ਹੈਗਾ ਫਿਰ ਸਿੱਧਾ ਸਾਡੀ ਜਿਹਾ। ਹਾਂ, ਕਦੀਮ ਤਹਿਜ਼ੀਬ ਤੋਂ ਵੀ ਕੱਟ ਕੇ ਉਹ ਸਾਡਾ ਹਾਂ, ਸਾਰਾ ਮਾਮਲਾ ਉੱਥੇ ਫਿਰ ਇੱਥੇ ਉਰਦੂ ਕਰ ਦਿੱਤੀ ਗਈ ਔਰ ਇੱਥੇ ਇੱਕ ਜ਼ੁਬਾਨ ਦਾ ਮਾਮਲਾ। ਉੱਥੇ ਸਰਕਾਰੀ ਬੋਲੀ ਹੈ। ਹਾਂਜੀ, ਉੱਥੇ ਸਰਕਾਰੀ ਹੈ ਬਿਲਕੁਲ, ਹਰ ਸਟੇਟ ਦੀ ਬੋਲੀ ਸਰਕਾਰੀ ਬੋਲੀ। ਸਰਕਾਰੀ ਬੋਲੀ। ਉੱਥੇ ਸਾਰੀਆਂ ਜ਼ੁਬਾਨਾਂ ਨੈਸ਼ਨਲ ਲੈਂਗੁਏਜਸ ਨੇ। ਇਹ ਬੜਾ ਵੱਡਾ ਵਾਧਾ ਹੈ ਜੀ ਉਹਦਾ। ਠੀਕ ਹੈ ਨਾ। ਇੱਥੇ ਇਲਾਕਾਈ ਜ਼ਬਾਨਾਂ ਕਹਿ ਕੇ ਨਾ, ਪੰਜਾਬੀ ਕੌਮ ਹੈ, ਬੰਗਾਲੀ ਕੌਮ ਨੇ, ਪਸ਼ਤੂਨ ਕੌਮ ਹੈ, ਬਿਲਕੁਲ ਸਿੰਧੀ ਕੌਮ ਨੇ, ਬਿਲਕੁਲ, ਔਰ ਇਹਨਾਂ ਦੀ ਸਦੀਆਂ ਪੁਰਾਣੀ ਤਾਰੀਖ ਹੈ। ਤਾਂ ਬਿਲਕੁਲ 5 ਕੌਮਾਂ ਦੀ ਜਿਨ੍ਹਾਂ ਦੇ ਨਾਲ ਪਾਕਿਸਤਾਨ ਬਣਿਆ। ਇਹ 5 ਕੌਮਾਂ ਸਨ। ਇਹਨਾਂ ਦਾ ਨਾਂ ਇਹਨਾਂ ਨੇ ਰੱਖਿਆ ਪਾਕਿਸਤਾਨ। ਪਾਕਿਸਤਾਨ ਤੇ ਹੈ ਹੀ ਨਹੀਂ ਸੀ ਨਾ। ਜੀ ਜੀ, ਇਹਦਾ ਨਾਂ ਪਾਕਿਸਤਾਨ ਰੱਖਿਆ। ਪਾਕਿਸਤਾਨ ਦਾ ਖਿੱਤਾ ਪਹਿਲੇ ਕੋਈ ਨਹੀਂ ਸੀ। ਪਾਕਿਸਤਾਨ ਦੀ ਤਾਰੀਖ ਕੋਈ ਨਹੀਂ ਸੀ। ਉਰਦੂ ਕੌਮ, ਉਰਦੂ ਨਹੀਂ, ਉਰਦੂ ਨਹੀਂ, ਮਹਾਜਰ ਨਹੀਂ, ਉਹ ਤਾਂ ਉਰਦੂ ਦਾ ਇਲਾਕਾ ਤੋਂ ਲੈਂਗੁਏਜ ਹੈ ਨਾ। ਉਹਨਾਂ ਦੀ ਤਾਂ ਉਹ ਇੰਡੀਆ ਦੇ ਵਿੱਚ ਹੈ, ਉਹ ਉਹਨਾਂ ਦਾ ਇਲਾਕਾ ਹੈ। ਉਰਦੂ ਔਰ ਪਾਕਿਸਤਾਨ ਇੱਕ ਤੇ ਨਹੀਂ ਨਾ। ਉਹ ਲੈਂਗੁਏਜ ਦੀ ਗੱਲ ਕਰ ਰਿਹਾ ਮੈਂ ਲੈਂਗੁਏਜ ਦੀ ਗੱਲ ਕਰ। ਇਹਨਾਂ 5 ਕੌਮਾਂ ਨੇ, ਇਹਨਾਂ ਦਾ ਨਾਂ ਰੱਖਿਆ ਪਾਕਿਸਤਾਨ। ਹੁਣ ਇਹਨਾਂ 5 ਕੌਮਾਂ ਦੀ ਜ਼ੁਬਾਨ ਜਿਹੜੀ ਹੈ, 5 ਜ਼ੁਬਾਨਾਂ ਨੇ ਜੀ, ਇਹਨਾਂ ਦੇ ਵਿੱਚੋਂ ਜ਼ੁਬਾਨ ਚੁਣਨੀ ਚਾਹੀਦੀ ਸੀ ਇਸ ਮੁਲਕ ਦੇ ਉੱਤੇ, ਨਾ ਕਿ ਇੰਪੋਰਟ ਕੀਤੀ ਜਾਂਦੀ। ਹਾਂ, ਬਸ ਇਹਨਾਂ ਤੁਹਾਨੂੰ ਦੱਸਣਾ ਚਾਹੁੰਦਾ। ਹੁਣ ਉਹ ਨਹੀਂ ਹੋਇਆ। ਠੀਕ, ਚਲੋ ਤੁਸੀਂ ਅੰਗਰੇਜ਼ੀ ਦੇ ਨਾਲ ਵੀ ਜੋੜ ਲਿਆ, ਇਸਲਾਮ ਦਾ ਨਾਂ ਤੇ ਮੁਲਕ ਬਣਾ, ਤੁਸੀਂ ਅਰਬੀ ਪਾ ਲਓ ਫਿਰ। ਅਦਰਵਾਈਜ਼ ਤੁਹਾਡੇ ਕੋਲ ਜਿਹੜੀਆਂ ਲੋਕ ਜਿਹੜੇ ਵਸਦੇ ਨੇ, ਉਹਨਾਂ 'ਚੋਂ 3% ਲੋਕਾਂ ਦੀ ਬੋਲੀ ਵੀ ਨਹੀਂ ਸੀ ਉਸ ਵੇਲੇ, ਜਿਸਲੇ ਤੁਸੀਂ ਉਹਨੂੰ ਕੌਮੀ ਸਰਕਾਰੀ ਬੋਲੀ ਬਣਾ ਰਹੇ ਹੋ। ਪਹਿਲੇ ਵੀ ਤੁਸੀਂ ਕਬਜ਼ਾ, ਗੁਲਾਮੀ ਕਿਹੜੀ ਫਿਰ ਛੁੱਟੀ ਅੰਗਰੇਜ਼ ਦੀ? ਪਹਿਲੇ ਵੀ ਉਹਨੇ ਮੁਸੱਲਤ ਕੀਤੀ ਸੀ, ਬਾਅਦ ਦੇ ਵਿੱਚ ਵੀ ਮੁਸੱਲਤ ਕਰਵਾ ਲਈ, ਅਫਸਰਸ਼ਾਹੀ ਵੀ ਉਹੀ ਲਾ ਲਈ, ਤੇ ਉਹਨਾਂ ਨੇ ਇਹ ਸਾਰੀ ਕੌਮ ਭੁਗਤਾ ਛੜੀ, ਕਮਲਾ ਛੜੀ। ਅਸੀਂ ਸਾਡਾ ਜਿਹੜਾ ਸੋਚਣ ਸਮਝਣ ਦਾ ਸਾਰਾ ਨਿਜ਼ਾਮ ਉਹ ਆਪਣੀ ਬੋਲੀ 'ਚ ਹੁੰਦਾ। ਲੋਰੀਆਂ ਤੋਂ ਲੈ ਕੇ ਵਹਿਣਾ ਤੱਕ, ਜਿਉਣ ਮਰਨ ਉਸ ਬੋਲੀ ਨਾਲ, ਹਾਸਾ ਖੇਡਾ ਦੁੱਖ ਸੁੱਖ ਸਾਰਾ ਇਜ਼ਹਾਰ। ਉਹ ਹੁਣ ਬੱਚੇ ਦਾ ਤਾਂ ਹੱਕ ਹੈ ਉਹਦੀ ਮਾਂ ਦੀ ਬੋਲੀ 'ਚ ਤਾਲੀਮ ਲੈਣਾ। ਯੂਨੀਸੈਫ ਦਾ ਚਾਰਟਰਡ, ਕੁਦਰਤ ਦਾ ਕਾਨੂੰਨ ਚੁੱਕ ਕੇ ਵੇਖ ਲਓ, ਦੁਨੀਆ ਦਾ ਕੋਈ ਐਜੂਕੇਸ਼ਨ ਸਿਸਟਮ ਚੁੱਕ ਕੇ ਵੇਖ ਲਓ। ਕਿਹੜੀ ਕੌਮ ਹੈ ਜਿਹੜੀ ਆਪਣੀ ਜ਼ੁਬਾਨ 'ਚ ਨਹੀਂ ਪੜ੍ਹ ਰਹੀ? ਕਿੰਨੀਆਂ ਕੌਮਾਂ ਨੇ ਦੁਨੀਆ 'ਤੇ? ਅਸੀਂ ਥੋੜ੍ਹੇ ਵੀ ਨਹੀਂ ਹਾਂ। ਇਸ ਵੇਲੇ ਵੀ ਅਸੀਂ ਕੋਈ 14 ਕਰੋੜ ਹੋਵਾਂਗੇ। 14 ਕਰੋੜ ਲੋਕਾਂ ਦੀ ਬੋਲੀ ਦੇ ਵਿੱਚ ਕਾਇਦਾ ਨਹੀਂ ਹੈਗਾ। ਹੁਣ ਫਿਰ ਇਹਦੇ ਵਾਸਤੇ ਕਿਸੇ ਸਿਆਸਤ ਦੀ ਕੀ ਲੋੜ ਸੀ? ਚਲੋ ਤੁਸੀਂ ਮੈਂ ਗੱਲ ਕਰ ਰਿਹਾ, ਸਿਆਸਤ ਦੀ ਕੀ ਲੋੜ ਸੀ ਕਿ ਬਈ ਕੋਈ ਦੁਨੀਆ ਦਾ ਵਜ਼ੀਰ ਤਲੀਮ ਕਹਿ ਦੇਵੇ ਕਿ ਮਾਦਰੀ ਜ਼ੁਬਾਨ ਤੋਂ ਇਲਾਵਾ ਕੋਈ ਹੋਰ ਜ਼ੁਬਾਨ ਬਿਹਤਰ ਜ਼ਰੀਆ ਤਲੀਮ ਹੋ ਸਕਦੀ। ਦੁਨੀਆ ਦਾ ਕੋਈ ਫਿਲਾਸਫਰ, ਕੋਈ ਸਕਾਲਰ, ਕੋਈ ਨਬੀ ਵਲੀ ਪੀਰ ਫਕੀਰ, ਕੋਈ ਸਾਇੰਸਦਾਨ ਕਹਿੰਦੇ ਨੇ ਮਾਦਰੀ ਜ਼ੁਬਾਨ 'ਚ ਬੁਨਿਆਦੀ ਸਾਇੰਸੀ ਤਲੀਮ ਦਿਓ, ਸਮਝ ਆਏਗੀ। ਦੁਨੀਆ 'ਚ ਸਾਇੰਸ ਜਿਹੜੀ ਵੀ ਕੌਮ 'ਚ ਤਰੱਕੀ ਕੀਤੀ ਹੈ ਆਪਣੀ ਜ਼ੁਬਾਨ 'ਚ ਕੀਤੀ ਹੈ, ਦੂਜੀ ਬੋਲੀ 'ਚ ਸਾਇੰਸੀ ਤਰੱਕੀ ਵੀ ਨਹੀਂ ਹੈ, ਮੁਆਸ਼ੀ ਤਰੱਕੀ ਵੀ ਨਹੀਂ ਹੈ, ਔਰ ਸਮਾਜੀ ਔਰ ਫਿਕਰੀ ਤਰੱਕੀ ਵੀ ਕੋਈ। ਅੱਛਾ, ਇੱਕ ਤੇ ਤੁਹਾਨੂੰ ਕ੍ਰੈਡਿਟ ਦੇਣਾ ਪਏਗਾ ਕਿ ਗਾਲ ਕੱਢਣ ਦਾ ਔਰ ਗੰਦਾ ਲਤੀਫਾ ਸੁਣਾਉਣ ਦਾ ਜਿਹੜਾ ਇਖਤਿਆਰ ਹੈ ਉਹ ਤੁਹਾਡੀ ਜ਼ੁਬਾਨ 'ਚ ਹੈ। ਤੁਹਾਨੂੰ ਨਹੀਂ, ਹਰ ਬੰਦੇ ਕੋਲ। ਅਰਬ ਵਾਲੇ ਲੋਕ ਜਿਹੜੇ ਨੇ ਉਹ ਅੰਗਰੇਜ਼ੀ 'ਚ ਗਾਲਾਂ ਕੱਢਦੇ ਨਹੀਂ, ਅਰਬੀ ਨਹੀਂ, ਪੰਜਾਬੀਆਂ ਕੋਲ ਵੀ ਇਖਤਿਆਰ ਹੈ ਨਾ। ਆਪਣੀ ਬੋਲੀ ਦੇ ਵਿੱਚ ਹਰ ਜਜ਼ਬੇ ਦਾ, ਹਰ ਫੀਲਿੰਗ ਦਾ, ਹਰ ਤਰ੍ਹਾਂ ਦਾ, ਹਰ ਰੰਗ ਦਾ ਐਕਸਪ੍ਰੈਸ਼ਨ ਹੁੰਦਾ। ਬਿਲਕੁਲ, ਹਰ ਬੋਲੀ 'ਚ ਹੁੰਦਾ। ਮੈਂ ਸਿਰਫ ਗੁਜ਼ਾਰਿਸ਼ ਕਰਨਾ ਚਾਹ ਰਿਹਾ ਸੀ ਕਿ ਤੁਸੀਂ ਸਾਨੂੰ
ਜ਼ਰਾ ਲਾਈਟਰ ਨੋਟ ਤੇ ਅਸੀਂ ਜਾਈਏ। ਹਾਂ ਜੀ, ਵਿਊਅਰ ਨੇ ਤੁਹਾਨੂੰ ਜਿਹੜਾ ਅਸਲ ਤੁਹਾਡਾ ਸ਼ੋਭਾ ਹੈ ਉਹ ਤੇ ਸ਼ਾਇਰੀ ਹੈ, ਇਸ਼ਕ ਤੁਹਾਡਾ ਸ਼ਾਇਰੀ ਹੈ। ਤੇ ਪੰਗਾ ਕਿਹਨੇ ਲਿਆ ਸੀ? ਮੈਂ ਤੇ ਬੋਲੀ ਤੇ ਗੱਲ ਹੀ ਨਹੀਂ ਸੀ ਕਰਨ ਬੈਠਾ। ਤੁਸੀਂ ਐਸਾ ਛੇੜਿਆ ਮੈਨੂੰ, ਸ਼ਾਬਾਸ਼, ਮੈਂ ਕਿਹਾ ਸ਼ਾਬਾਸ਼ ਹੈ, ਸੁਭਾਨ ਅੱਲਾ। ਤੁਸੀਂ ਸਾਰਾ ਮੁੱਦਾ ਕਲੀਅਰ ਕਰਤਾ ਜਨਾਬ। ਵਿਊਅਰ ਨੂੰ ਸਮਝ ਆ ਗਈ ਹੋਗੀ ਕਿ ਪੰਜਾਬੀ ਕਿਉਂ ਜ਼ਰੂਰੀ ਹੈ ਔਰ ਉਹਨਾਂ ਦਾ ਗ੍ਰੀਵੈਂਸ ਹੈ ਕੀ ਇਨਫੈਕਟ। ਅੱਛਾ, ਪਰ बेहतरीन जी अपनी शायरी अगर अता करो, ये तुसी दसना है कि बेहतरीन है कि नहीं। नहीं, ऐसी सुनी है बड़ी माशाल्लाह खूबसूरत शायरी। मेरा तो कोई दावा नहीं कि ये मेरी बेहतरीन शायरी है। और अब मैं आपको नाजरीन अपनी बेहतरीन शायरी सुनाने लगा हूँ। कंपनी की मशहूरी तसन्नुर और तकल्लुफात तो हट के तुम सुनाओगे। हुशियारपुर तो ताल्लुक है भाईजान दा, अब्दुल साहिर साहब दा, मेरे आबाज दा जलंधर तो है ने, ते मिट्टी एक ही हैगी, इक्को ही है जुड़वा जी। ਤੇ ਅਰਸ਼ਾਦ ਸਰ, ਹੋਣੀਆਂ ਦੇ ਖੇਲ ਜੀ, ਹੋਣੀਆਂ ਦੇ ਖੇਲ ਜੀ, ਹੋਣੀਆਂ ਦੇ ਖੇਲ ਜੀ, ਜਿੰਦੜੀ ਰਖੇਲ ਜੀ, ਆਹਾ ਜਿੰਦੜੀ ਰਖੇਲ ਜੀ, ਕੰਡਿਆਂ ਦੀ ਸੇਜ ਉੱਤੇ ਉਮਰਾਂ ਦੇ ਮੇਲ ਜੀ। ਵਾਹ 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 ਵਾਹ। ਹੋਣੀਆਂ ਦੇ ਖੇਲ ਜੀ, ਜਿੰਦੜੀ ਰਖੇਲ ਜੀ, ਕੰਡਿਆਂ ਦੀ ਸੇਜ ਉੱਤੇ ਉਮਰਾਂ ਦੇ ਮੇਲ ਜੀ, ਤੇ ਦਿਲ ਵਾਲੇ ਦੀਵਿਆਂ ਦਾ ਸੜ ਗਿਆ ਤੇਲ ਜੀ, ਦਿਲ ਵਾਲੇ ਦੀਵਿਆਂ ਦਾ ਸੜ ਗਿਆ ਤੇਲ ਜੀ, ਤੇ ਹਾਸਿਆਂ ਨੂੰ ਚੰਬੜੀਏ ਹੌਕਿਆਂ ਦੀ ਵੇਲ ਜੀ। ਆਹਾ, ਹਾਸਿਆਂ ਨੂੰ ਚੰਬੜੀਏ ਹੌਕਿਆਂ ਦੀ ਵੇਲ ਜੀ, ਤੇ ਸਾਡੀਆਂ ਕਹਾਣੀਆਂ ਉੱਡ ਪੁੱਡ ਜਾਣੀਆਂ। ਆਹਾ, ਸਾਡੀਆਂ ਕਹਾਣੀਆਂ ਉੱਡ ਪੁੱਡ ਜਾਣੀਆਂ, ਉੱਡ ਪੁੱਡ ਜਾਣੀਆਂ, ਤੇ ਇੱਕ ਵੀ ਨਾ ਛਿੱਟ ਦਿੱਤੀ ਇਸ਼ਕੇ ਦੇ ਪਾਣੀਆਂ। ਆਹਾ, ਸਾਡੀਆਂ ਕਹਾਣੀਆਂ ਉੱਡ ਪੁੱਡ ਜਾਣੀਆਂ, ਇੱਕ ਵੀ ਨਾ ਛਿੱਟ ਦਿੱਤੀ ਇਸ਼ਕੇ ਦੇ ਪਾਣੀਆਂ, ਤੇ ਮੋੜੀਆਂ ਨਾ ਵਾਗਾਂ ਸਾਡੀ ਰੂਹ ਦੀਆਂ ਹਾਣੀਆਂ, ਤੇ ਬਾਹਰਲੀਆਂ ਛਈਆਂ ਪਈਆਂ ਅੰਦਰ ਬੁਲਾਣੀਆਂ। ਆਹਾ, ਬਾਹਰਲੀਆਂ ਛਈਆਂ ਪਈਆਂ ਅੰਦਰ ਬੁਲਾਣੀਆਂ, ਤੇ ਸਦਰਾਂ ਕੁਵਾਰੀਆਂ ਬੰਨ ਬੰਨ ਮਾਰੀਆਂ, ਸਦਰਾਂ ਕੁਵਾਰੀਆਂ ਬੰਨ ਬੰਨ ਮਾਰੀਆਂ, ਤੇ ਧੱਕੇ ਦਾ ਪਿਆਰ ਸਾਡਾ ਚੋਰੀ ਦੀਆਂ ਯਾਰੀਆਂ। ਧੱਕੇ ਦਾ ਪਿਆਰ ਸਾਡਾ ਚੋਰੀ ਦੀਆਂ ਯਾਰੀਆਂ, ਖੇਡ ਸਮੁੰਦਰਾਂ ਦੀ ਟੋਬਿਆਂ ਚ ਤਾਰੀਆਂ, ਤੇ ਭਿੱਜੇ ਹੋਏ ਪਰਾਂ ਨਾਲ ਕਾਦੀਆਂ ਉਡਾਰੀਆਂ। ਬਹੁਤ ਖੂਬ, ਬਹੁਤ ਆ ਪਰਾਂ ਨਾਲ ਕਾਦੀਆਂ, ਭਿੱਜੇ ਹੋਏ ਪਰਾਂ ਨਾਲ ਕਾਦੀਆਂ ਉਡਾਰੀਆਂ। ਅੱਲਾਹ ਤੁਹਾਡਾ ਕਲਮ ਹੋਰ ਜ਼ਿਆਦਾ ਕਰੇ, ਜਿਉਂਦੇ ਰਹੋ ਵਸਤੇ, ਅੱਲਾਹ ਕਰੇ ਜ਼ੋਰੇ ਕਲਮ ਔਰ ਜ਼ਿਆਦਾ ਵਧੇਰਾ ਵਧੇਰਾ। ਅੱਛਾ, ਸ਼ੱਕਰ ਰੇ ਤੁਸੀਂ ਜਦੋਂ ਲਿਖਿਆ ਉਹ ਹੈ, ਤੁਸੀਂ ਸੋਚਿਆ ਸੀ ਕਿ ਇਹਨਾਂ ਮਕਬੂਲ ਹੋਏਗਾ ਅਸਰਾਰ ਦੇ ਗਾਣ ਤੋਂ ਬਾਅਦ? ਉਹ ਤਾਂ ਕਿਸੇ ਗਾਣੇ ਬਾਰੇ ਵੀ ਨਹੀਂ ਕਿਹਾ ਜਾ ਸਕਦਾ ਤੇ ਲੇਕਿਨ ਬਾਜ਼ ਐਸੇ ਗੀਤ ਹੁੰਦੇ ਨੇ ਨਾ, ਬੰਦਾ ਬੜਾ ਸੌਰੀ ਕਲਬੀ ਵਾਰਦਾਤ ਹੁੰਦੀ ਹੈ ਔਰ ਤਖਲੀਕੀ ਅਮਲ ਵਾਰਦਾਤ। ਬਹਰਹਾਲ ਇਹਦੇ ਵਿੱਚ ਦੋਵੇਂ ਚੀਜ਼ਾਂ ਜੁੜ ਜਾਂਦੀਆਂ ਨੇ, ਤੁਹਾਡੀ ਧਾਰਨਾ ਵੀ ਹੁੰਦੀ ਹੈ, ਤੁਹਾਡਾ ਧਿਆਨ ਵੀ ਹੁੰਦਾ ਹੈ, ਤੁਹਾਡੇ ਅੰਦਰ ਕੁਝ ਅੰਦਰੋਂ ਅੰਦਰੀ ਵਗਦਾ ਵੀ ਹੈ, ਤੇ ਇਹਦੇ ਵਿੱਚ ਸਾਰਾ ਕੁਝ ਹੀ ਸੀ। ਅੱਛਾ, ਇਹਦੇ ਵਿੱਚ ਫਿਰ ਇਹ ਕਿ ਇਹ ਖਾਸ ਤੌਰ ਤੇ ਗਾਣ ਵਾਸਤੇ ਲਿਖੀ ਗਈ ਸੀ। ਅਸਲ ਦੇ ਵਿੱਚ ਮੈਂ ਨਾ, ਮੇਰੇ ਆਪਣੀ ਜਿਹੜੀ ਮੇਰੀ ਮਿੱਤਰ ਹੈ, ਜਿਹੜੀ ਇਹਦਾ ਸੋਰਸ ਬਣਦੀ ਹੈ, ਉਹ ਵੀ ਮੈਂ ਹੀ ਹਾਂ ਅਸਲ 'ਚ। ਸੋਰਸ ਵੀ ਜਿਹੜਾ ਉਹਦੇ ਵਿੱਚ ਵੀ ਮੈਂ ਹੀ ਹਾਂ। ਇਹ ਮੈਂ ਉਹਨੂੰ ਇਸ ਹੱਲ 'ਚ, ਇਸ ਕੈਫੀਅਤ 'ਚ ਵੇਖਿਆ ਸੀ। ਅੱਛਾ, ਉਸ ਕੈਫੀਅਤ ਨੂੰ ਸਮਝੋ ਕਿ ਮੈਂ ਲਿਵ ਕੀਤਾ, ਉਹਦੇ ਅੰਦਰ ਬੈਠ ਕੇ ਆਪਣੇ ਵਾਸਤੇ ਗੀਤ ਲਿਖਿਆ। ਹਾਂ, ਜੋ ਸਾਡਾ ਮੇਲ ਹੋਇਆ ਸੀ, ਉਹਦੀ ਜੋ ਕੈਫੀਅਤ ਸੀ, ਉਹ ਮੇਰਾ ਆਪਣੀ ਰੂਹ ਤੇ ਮੈਂ ਉਹਨੂੰ ਮਹਿਸੂਸ ਹੰਡਾਇਆ ਸੀ, ਮਹਿਸੂਸ ਕੀਤਾ ਸੀ। ਤੇ ਅਸਰਾਰ ਨੇ ਇਨਸਾਫ ਕੀਤਾ ਉਹਦੇ ਨਾਲ? ਬਹੁਤ ਵਧੀਆ। ਅੱਛਾ, ਦੇਖੋ ਉਹਦੇ ਹੋਰ ਰੰਗ ਵੀ ਹੋ ਸਕਦੇ ਸਨ, ਉਹ ਬੜਾ ਪੱਕੇ ਰੰਗ 'ਚ ਵੀ ਗਾਇਆ ਜਾ ਸਕਦਾ ਸੀ, ਲੇਕਿਨ ਇਹਦੇ ਵਿੱਚ ਇੱਕ ਫੋਕ ਜਿਹੜਾ ਬਲੋਚ ਔਰ ਸਿੰਧੀ ਫੋਕ ਹੈ, ਉਹਦੀ ਇੱਕ ਰੰਗਤ ਆਈ ਹੈ, ਇੱਕ ਰੰਗ ਹੈ, ਤੇ ਉਹ ਵਧੀਆ ਬਣ ਗਿਆ। ਲੇਕਿਨ ਅਗਰ ਮੈਂ ਦੇਖਾਂ ਤੇ ਇਹਦੀ ਇਸ ਤੋਂ ਹਟਵੀਂ ਕੋਈ ਪੱਕੀ ਸ਼ਕਲ ਵੀ ਗਾਇਕੀ ਦੀ ਕਾਫੀ ਵਾਲੀ ਉਹ ਬਣ ਸਕਦੀ ਸੀ। ਅੱਛਾ, ਅਮਰਤਾ ਪ੍ਰੀਤਮ ਦੇ ਨਾਲ ਤੁਹਾਡੀ ਰਫਾਕਤ ਵੀ ਰਹੀ ਹੈ? ਰਫਾਕਤ ਨਹੀਂ ਰਹੀ ਮੇਰੀ, ਉਹਨਾਂ ਨਾਲ ਮੇਰੀ ਮੁਹੱਬਤ ਹੈ, ਔਰ
ਉਹ ਮੈਂ ਉਹਨਾਂ ਦਾ ਬੜਾ ਮਾਨੀ ਆ। ਉਹਨਾਂ ਦੇ ਮਤਲਬ ਉਹਨਾਂ ਨਾਲ ਮੁਲਾਕਾਤਾਂ ਹੋਈਆਂ। ਅੱਛਾ, ਇਸ਼ਕ ਜ਼ਿਆਦਾ ਮਜ਼ਬੂਤ ਹੈ ਅਮਰਤਾ ਦਾ ਜਾਂ ਸ਼ਾਇਰੀ? ਦੇਖੋ, ਉਹਨਾਂ ਦਾ ਇਸ਼ਕ ਤੇ ਬੰਦੇ ਦਾ ਆਪਣੇ ਆਪ ਨਾਲ ਹੀ ਹੁੰਦਾ ਹੈ। ਆਪਣੇ ਆਪ ਦੇ ਨਾਲ ਆਪਣੇ ਸੱਚ ਦਾ। ਸਾਹਿਰ ਦੀਆਂ ਸਿਗਟਾਂ ਇਕੱਠੀਆਂ ਕਰਦੀ ਰਹਿੰਦੀ ਸੀ ਇਹ ਉਹ। ਉਸ ਤੋਂ ਬਾਅਦ ਆਖਰੀ ਵਕਤ ਤੱਕ ਉਹ ਹਿੰਦੁਸਤਾਨ ਦੀ ਚੰਦ ਉਹਨਾਂ ਖਾਤੀਨ 'ਚ ਹੈਗੇ ਜਿਹਨੇ ਆਪਣੀ ਮੁਹੱਬਤ ਨੂੰ ਓਨ ਕੀਤਾ ਮਰਦੇ ਦਮ ਤੱਕ। ਤੇ ਇਸੇ ਲਈ ਤੇ ਉਹ ਅਮਰਤਾ ਨੇ, ਉਹ ਅਮਰਤ ਨੇ, ਉਹ ਅਮਰ ਨੇ। ਔਰ ਦੂਸਰੀ ਗੱਲ ਇਹ ਵੀ ਕਿ ਇੰਜ ਦਾ ਹੀ ਤੇ ਅਸੀਂ ਸਮਾਜ ਚਾਹੁੰਦੇ ਹਾਂ ਜਿੱਥੇ ਅਨਵਾਂਟਡ ਨਾ। ਨਹੀਂ ਗੱਲ ਇਹ ਵੀ ਕਿ ਜਿੱਥੇ ਤੁਸੀਂ ਦੇਖੋ, ਤੁਹਾਨੂੰ ਨਫ਼ਰਤ ਕਰਨ ਦੀ ਇੱਥੇ ਖੁੱਲ੍ਹ ਹੈ। ਤੁਸੀਂ ਬੰਦੇ ਮਾਰ ਸਕਦੇ ਹੋ, ਉਹਦੇ ਵਾਸਤੇ ਅਸੂਲ ਕਾਨੂੰਨ ਵੀ ਬਣਾਏ ਹੋਏ ਨੇ। ਮੁਹੱਬਤ ਦੀ ਨਹੀਂ ਹੈਗੀ, ਸੱਚ ਬੋਲਣ ਦੀ ਖੁੱਲ੍ਹ ਨਹੀਂ ਹੈਗੀ। ਤੁਸੀਂ ਹਰ ਸੱਚੇ ਨੂੰ ਇਹਨਾਂ ਨੇ ਸੂਲੀ ਚਾੜ ਛੜਿਆ। ਕਿੰਨੇ ਨੇ ਤਾਰੀਖ 'ਚ ਜਿਹੜੇ ਮੌਸਮ ਆਇਆ ਤਾਂ ਨਖਲੇਦਾਰ ਪੇ ਮੀਰ ਸਰੇ ਮਨਸੂਰ ਹੀ ਕਬਾਰ। ਬਿਲਕੁਲ ਇੰਜ। ਅਤੇ ਉਹਦੇ ਵਿੱਚ ਇਹ ਵੀ ਕਿ ਉਹਨਾਂ ਨੇ ਉਹ ਇੱਕ ਉਹਨਾਂ ਨੂੰ ਮਾਣ ਸੀ ਆਪਣੇ ਹੋਣ ਦਾ। ਉਹਨਾਂ ਦੇ ਕੋਲ ਗਿਆਨ ਸੀ, ਉਹਨਾਂ ਕੋਲ ਖੁਦ ਮੁਖਤਾਰੀ ਸੀ, ਆਪਣੀ ਆਜ਼ਾਦੀ, ਔਰਤ ਦੀ ਆਜ਼ਾਦੀ, ਔਰਤ ਦੀ ਤਰੱਕੀ ਵਾਸਤੇ ਔਰ ਔਰਤ ਦੀ ਆਪਣੀ ਹਸਤੀ ਦੀ ਮਨੌਤੀ ਵਾਸਤੇ ਉਹਨਾਂ ਨੇ ਪੂਰੀ ਸਟਰਗਲ ਕੀਤੀ। ਉਹ ਉਹਨਾਂ ਨੇ ਪਹਿਰਾ ਦਿੱਤਾ, ਉਹਨਾਂ ਨੇ ਲਿਖਿਆ ਔਰ ਉਹਨਾਂ ਨੇ ਹਰ ਸੱਚੇ ਜੀ ਨੂੰ ਪੜ੍ਹਿਆ ਵੀ, ਆਪ ਵੀ ਸੱਚ 'ਤੇ ਖੜ੍ਹ ਕੇ। ਔਰ ਇੱਕ ਇਨਸਾਨੀ ਤਾਲੁਕ ਦੇ ਵਿੱਚ ਵੀ ਉਹ ਨਿਭਾਇਆ ਵੀ, ਉਹਦੇ ਨਾਲ ਆਜ਼ਾਦੀ ਵਾਲਾ ਤਾਲੁਕ ਬਣਾਇਆ। ਹਾਂ, ਖੁਸ਼ੀ ਵਾਲਾ ਤਾਲੁਕ, ਇਨਸਾਨੀ ਸਤ੍ਹਾ ਦੇ ਉੱਤੇ। ਬਿਲਕੁਲ ਗੁਲਾਮੀ ਵਾਲਾ ਨਹੀਂ ਹੈ। ਉਹਨਾਂ ਨੇ ਲੀਗਲਾਈਜ਼ ਨਹੀਂ ਕੀਤਾ ਰਿਲੇਸ਼ਨ ਨੂੰ। ਤੁਸੀਂ ਉਹਨੂੰ ਕਿਸੇ ਮਾਲਕੀ ਦੇ ਨਾਲ ਨਹੀਂ ਜੋੜਿਆ, ਉਹਨੂੰ ਆਪਣੀ ਹਸਤੀ ਔਰ ਖੁਸ਼ੀ ਔਰ ਰਜ਼ਾ ਦੇ ਨਾਲ ਜੋੜਿਆ। ਬਿਲਕੁਲ ਬਿਲਕੁਲ, ਔਰ ਸੱਚਾਈ ਨਾਲ ਜੋੜਿਆ। ਅੱਛਾ, ਤੁਸੀਂ ਅਕਸਰ ਕਹਿੰਦੇ ਹੋ ਕਿ ਯਾਰ ਦੇਖੋ ਮੁਹੱਬਤ ਦੇ ਰਿਸ਼ਤੇ ਨਹੀਂ ਹੁੰਦੇ, ਸ਼ਾਦੀਆਂ ਸਾਡੇ ਮਾਂ ਪਿਓ, ਉਹਨਾਂ ਦੇ ਮਾਂ ਪਿਓ, ਉਹਨਾਂ ਦੇ ਮਾਂ ਪਿਓ, ਉਹ ਇੱਕ ਤਾਲੁਕ ਬਣ ਜਾਂਦੇ ਨੇ ਜ਼ਬਰਦਸਤੀ ਦੇ, ਅਤੇ ਅਨਵਾਂਟਡ ਬੱਚੇ ਪੈਦਾ ਹੋ ਜਾਂਦੇ ਨੇ। ਅਨਵਾਂਟਡ ਤੋਂ ਮੁਰਾਦ ਕਿ ਜਿਹੜੇ ਮੁਹੱਬਤ ਦੀ ਪੈਦਾਇਸ਼ ਨਹੀਂ ਹੁੰਦੇ। ਵੈਸੇ ਜੇ ਮੁਹੱਬਤ ਨਾਲ ਕਨਸੀਵ ਹੋਏ ਹੁੰਦੇ ਨੇ ਨਾ ਤੇ 7 ਅਰਬ ਨਹੀਂ ਸਨ ਹੋਣੇ। ਇਹ ਉਹਦੀ ਕਿਉਂਕਿ ਦੋ ਇਨਸਾਨਾਂ ਨੇ ਕਿ ਇਨਸਾਨ ਦੁਨੀਆ 'ਤੇ ਲਿਆਉਣਾ, ਇਨਸਾਨ ਇੱਕ ਬੜੀ ਵੱਡੀ ਜ਼ਿੰਮੇਦਾਰੀ ਹੈ। ਉਹਦੇ ਵਾਸਤੇ ਉਸ ਤਰ੍ਹਾਂ ਦਾ ਸਮਾਜ ਬਣਾਉਣਾ ਪਏਗਾ। ਤੁਸੀਂ ਇੱਕ ਬੂਟਾ ਲਾਉਣਾ ਹੋਏਗਾ, ਤੁਹਾਨੂੰ ਪਤਾ ਨਾ ਕਿਵੇਂ ਉਹਦੇ ਵਾਸਤੇ ਕਿੰਨੀ ਕੇਅਰ ਕਰਨੀ ਪੈਂਦੀ। ਔਰ ਇਨਸਾਨ ਦਾ ਬੱਚਾ ਕੋਈ ਬੱਕਰੀ ਦੇ ਲੇਲੇ ਵਾਂਗੂ ਨਹੀਂ ਉੱਠ ਕੇ ਤੁਰ ਪਏਗਾ। ਉਹ ਤਾਂ 8-10 ਸਾਲ ਤੋਂ ਉਂਝ ਹੀ ਡਿਪੈਂਡੈਂਟ ਹੈ। ਉਹ ਅਧੂਰਾ ਜਿਹਾ ਆਉਂਦਾ ਦੁਨੀਆ। ਲੇਕਿਨ ਮੁਹੱਬਤ ਦੇ ਨਾਲ ਅਗਰ ਦੁਨੀਆ 'ਤੇ ਆਏਗਾ, ਦੋਵੇਂ ਜੀਆਂ ਦੀ ਖੁਸ਼ੀ ਹੋਏਗੀ ਜਾਂ ਸਮਾਜ ਉਹਦੀ ਪਾਲ ਪੋਸ਼ਣ ਦਾ ਉਹਨੂੰ ਸਾਂਭਣ ਦੇ ਉਹਦੇ ਅੰਦਰ ਹੈਗੇ ਨੇ ਸਾਰੇ ਵਸੀਲੇ ਔਰ ਗੁਣ ਔਰ ਸਮਝ। ਜ਼ਿੰਮੇਦਾਰ ਲੈ ਬੱਚੇ ਸਾਡੇ ਹੋਣੇ ਚਾਹੀਦੇ ਨੇ, ਬੱਚੇ ਤੇਰੇ ਮੇਰੇ ਨਹੀਂ ਹੋਣੇ। ਨਹੀਂ, ਉਹ ਬਾਅਦ ਵਿੱਚ ਔਰਤਾਂ ਕਹਿੰਦੀ ਨੇ ਸਾਨੂੰ ਸੱਚਾ ਪਿਆਰ ਨਹੀਂ ਮਿਲਿਆ, ਫਿਰ ਉਹਦਾ ਕੀ ਜੇ ਉਹ 10-11 ਬੱਚੇ ਪੈਦਾ ਕਰਕੇ। ਤੁਸੀਂ ਬੜੀ ਖੂਬਸੂਰਤੀ ਨਾਲ ਪੰਗਾ ਲੈਣ ਵਾਲੇ ਐਂਕਰ ਹੋ, ਠੀਕ ਹੈ ਨਾ। ਔਰ ਮਾਸ਼ਾਅੱਲਾ ਤੁਹਾਡੇ ਕੋਲ ਬੜੀਆਂ ਸਹੂਲਤਾਂ ਨੇ। ਅਤੇ ਇਹ ਹੈ ਕਿ ਸੱਚਾ ਪਿਆਰ, ਸੱਚਾ ਵੀ ਹੋਵੇ ਪਿਆਰ, ਮੈਰਿਜ ਇੰਸਟੀਟਿਊਸ਼ਨ 'ਚ ਆ ਕੇ ਕੂੜ ਹੋ ਜਾਂਦਾ। ਯਾਨੀ ਫਿਰ ਇੰਸਟੀਟਿਊਸ਼ਨ ਨੂੰ ਖਤਮ ਕਰੀਏ? ਮੈਂ ਨਹੀਂ ਕਹਿ ਰਿਹਾ ਖਤਮ ਕਰੋ, ਲੇਕਿਨ ਉੱਥੇ ਚੀਜ਼ਾਂ ਨੂੰ ਮਾਲਕੀਆਂ ਨਾਲ ਜੋੜ ਦਿੱਤਾ, ਚੀਜ਼ਾਂ ਨੂੰ ਬੰਨ੍ਹ ਦਿੱਤਾ ਹੈ। ਆਜ਼ਾਦੀ, ਖੁਸ਼ੀ, ਰਿਸਪੈਕਟ, ਇੱਕ ਦੂਸਰੇ ਦੀ ਰਜ਼ਾ, ਇੱਕ ਦੂਸਰੇ ਦਾ ehtiram, ਇੱਕ ਦੂਸਰੇ ਦੇ ਹੋਣ ਦੀ ਖੁਸ਼ੀ। ਬੰਦਾ ਆਪਣੀ ਮੈਂ ਦੇ ਨਾਲ ਨਾ ਬਹੁਤਾ ਖੇਡੇ, ਉਹ ਵੀ ਮਤਲਬ ਇੱਕ ਇਨਸਾਨੀ ਤਾਲੁਕ ਜਿਹੜਾ ਬਣ ਜਾਏ ਮੁਲਾਇਮ, ਔਰ ਉਹਨਾਂ ਦੀ ਆਪਣੀ ਖੁਸ਼ੀ ਦਾ ਵੀ ਹੋਵੇ, ਜਾਂ ਉਹਦੇ ਵਿੱਚ ਇੱਕ ਦੂਸਰੇ ਨੂੰ ਰਿਸਪੈਕਟ ਤੇ ਕਮ ਸੇ ਕਮ ਕਾਇਮ ਰਹੇ। ਉਹ ਸਾਡੇ 'ਚ ਹੈ ਹੀ ਮੁਮਕਿਨ ਨਹੀਂ ਹੁੰਦੀ। ਉਹ ਤੇਰ ਮੇਰ ਦਾ, ਮੈਂ ਤੈਂ ਦਾ, ਆਪਣੀ ਆਪਣੀ ਸਪੇਸ ਦਾ ਰੌਲਾ ਪੈ ਗਿਆ। ਤਾਂ ਉੱਥੇ ਤਾਂ ਨਹੀਂ ਨਾ ਇੰਝ ਹੁੰਦਾ। ਅਸੀਂ ਵੇਖ ਲਿਆ ਕਿੰਨੀ ਬੋਸੀਦਗੀ ਔਰ ਕਿੰਨਾ ਥਕੇਵਾਂ ਹੁੰਦਾ ਹੈ ਇਸ ਰਿਸ਼ਤਿਆਂ ਦੇ ਵਿੱਚ। ਔਰ ਇਹਦੀ ਵਜ੍ਹਾ ਨਾਲ ਬਾਅਦ ਵਾਰੀ ਬੜੀਆਂ ਔਲਾਦਾਂ 'ਤੇ ਅਸਰ ਪਏ ਨੇ, ਬੜੇ ਮਾੜੇ ਪਏ ਨੇ। ਬਿਲਕੁਲ ਸਹੀ ਗੱਲ ਹੈ। ਉਹਦੀ ਵਜ੍ਹਾ ਨਾਲ ਸਮਾਜ ਇਤਨਾ ਬਹੁਤ ਸੋਹਣਾ ਨਹੀਂ ਬਣ ਸਕਿਆ। ਹਰ ਸਮਾਜ ਦੀ ਹਾਲਤ ਹੈ। ਹਾਂਜੀ ਹਾਂਜੀ। ਤੁਸੀਂ ਅਵਲ ਆਖਰ ਇੱਕ ਲੈਫਟਿਸਟ ਹੈਗੇ ਹੋ, ਤਰੱਕੀ ਪਸੰਦ ਹੈਗੇ। ਮੈਨੂੰ ਅਵਲ ਆਖਰ ਕੀ ਹੈ, ਮੈਂ ਬੰਦਾ ਹਾਂ। ਮੈਨੂੰ ਕਿਸੇ ਇਜ਼ਮ ਦੇ ਨਾਲ ਬਹੁਤਾ ਗਹਿਰਾ ਜੋੜਨ ਦੀ ਲੋੜ ਨਹੀਂ ਹੈ। ਹਾਂ, ਮੈਂ
ਲੋਕਾਂ ਦੇ ਹੱਕ 'ਚ ਤੁਸੀਂ ਇਹ ਜਿਹੜਾ ਘਟੀਆ ਨਿਜ਼ਾਮ ਹੈ ਸਰਮਾਇਆਦਾਰਾਨਾ ਇਹਨੂੰ ਤਾਂ ਐਕਸੈਪਟ ਬਹਰਹਾਲ ਨਹੀਂ ਕਰਦੇ ਨਾ, ਇਹਦਾ ਇੱਕ ਮੁਤਬਾਦਲ ਔਰ ਨया ਆਰਡਰ ਤੇ ਬਹਰਹਾਲ ਤਲਾਸ਼ ਕਰ ਰਹੇ ਹੋ। ਬਿਲਕੁਲ ਜੀ, ਮੈਂ ਲੋਕ ਹੱਕ ਦੇ, ਲੋਕ ਪੱਖ ਦੇ, ਲੋਕ ਭਲੇ ਦੇ, ਹਰ ਇਨਸਾਨੀ ਆਜ਼ਾਦੀ ਦੇ ਨਾਲ ਜੁੜੀ ਜਿਹੜਾ ਵੀ ਨਿਜ਼ਾਮ ਹੈ ਉਹਨੂੰ ਉਹਦੇ ਨਾਲ ਮੈਂ ਖੜਾ ਹਾਂ। ਔਰ ਮੈਨੂੰ ਇਸ ਧਰਤੀ ਨੂੰ, ਮੈਂ ਅਗਲੀ ਕਿਸੇ ਧਰਤੀ ਦੇ ਚੱਕਰ 'ਚ ਨਹੀਂ ਆ, ਆਨੇ ਨਹੀਂ ਇਸ ਧਰਤੀ, ਮੈਂ ਇਸ ਧਰਤੀ ਨੂੰ ਜੰਨਤ ਵੇਖਣਾ ਚਾਹੁੰਦਾ। ਅੱਛਾ, ਤੁਸੀਂ ਗਰੁੱਪ ਇਹ ਸੁੱਖ ਵਾਲੀ ਥਾਂ, ਇਨਸਾਨਾਂ ਦੇ ਰਹਿਣ ਵਾਲੀ ਥਾਂ, ਇਨਸਾਨਾਂ ਦੀ ਇੱਜ਼ਤ ਰਿਸਪੈਕਟ ਵਾਲੀ ਥਾਂ, ਔਰ ਇਨਸਾਨੀ ਗੁਣ ਵਸੀਲੇ ਜਿਹੜੇ ਨੇ ਉਹਨਾਂ ਦੇ ਸਾਂਝੀ ਤਕਸੀਮ ਹੋਵੇ। ਇਹ ਮੈਂ ਚਾਹੁੰਦਾ ਕਿ ਬੰਦਿਆਂ ਦਾ ਸਮਾਜ ਬਣੇ, ਜਿਉਂਦਿਆਂ ਦਾ, ਮੋਇਆਂ ਦਾ, ਕਬਜ਼ਿਆਂ ਦਾ, ਮਾਲਕੀਆਂ ਵਾਲਿਆਂ ਦਾ, ਜਾਂ ਪਾਵਰ ਤਾਕਤ ਦੀ ਸਿਆਸਤ ਵਾਲਾ ਹਰ ਜ਼ਾਲਮ ਦੇ ਨਾਲ ਅਸੀਂ ਕਹਿੰਦੇ ਹਾਂ ਕਿ ਮੇਰੇ ਵਰਗੇ ਹਸਤੀਆਂ, ਮੇਰੇ ਵਰਗੇ ਜੀ, ਮੇਰੇ ਹਮ ਨਸਲ, ਮੇਰੇ ਹਮ ਜਿਨਸ ਲੋਕ ਜਿਹੜੇ ਨੇ ਮੇਰੇ ਜੇ, ਮੈਂ ਤੇ ਕਹਿੰਦਾ ਇਕੱਲੇ ਬੰਦਿਆਂ ਦੀ ਨਹੀਂ ਹੈ, ਮੈਂ ਰੁੱਖਾਂ ਦਾ ਵੀ ਉਹਨਾਂ ਹੀ ਖੈਰ ਖਾਇਆ। ਮੈਂ ਜਿੰਨੀਆਂ ਜੀਆ ਜੂਨ ਨੇ, ਮਖਲੂਕਾਂ ਨੇ, ਜ਼ਿੰਦਗੀਆਂ ਰੂਹਾਂ ਨੇ, ਉਹਨਾਂ ਦੀਆਂ ਹੀ ਖੈਰ ਮੰਗਣਾ। ਇੱਕ ਰੋਮਾਂਟਿਕ ਤਸੱਵਰ ਹੈ, ਬੜਾ ਖੂਬਸੂਰਤ ਤਸੱਵਰ ਹੈ। ਨਹੀਂ ਠੀਕ ਹੈ, ਬੰਦਾ ਬੰਦੇ ਨੂੰ ਖਾ ਵੀ ਜਾ ਰਿਹਾ, ਵੱਡੀ ਜਾ ਆਏ ਤੇ ਮਰਨੀ ਹੈ ਨਾ, ਤੇ ਫਿਰ ਮੈਂ ਕਹਿੰਦਾ ਕਮ ਸੇ ਕਮ ਜੀਊ ਕੇ ਤੇ ਜਾਣ ਲੋਕ, ਜਿਉਂਦੀ ਜਾਣੇ ਮਰ ਮਰ ਕੇ ਤੇ ਨਾ ਜਾਣ। ਤੇ ਇੰਜ ਦਾ ਜਿਹੜਾ ਵੀ ਇਹਦੇ ਵਿੱਚ, ਇਹਦੇ ਲਈ ਅਸੀਂ ਜਿਹੜਾ ਇੱਕ ਸੋਸ਼ਲਿਸਟ ਸਮਾਜ ਹੈ, ਇੱਕ ਡੈਮੋਕ੍ਰੈਟਿਕ ਸਮਾਜ ਹੈ, ਇੱਕ ਲਿਬਰਲ ਸੈਕੂਲਰ ਸਮਾਜ ਹੈ, ਜਾਂ ਕਹਿ ਲਓ ਕਿ ਇਨਸਾਨੀ ਆਜ਼ਾਦੀ ਨਾਲ ਜਿਹਦੀ ਵਾਬਸਤਾ ਸਮਾਜ, ਬਿਲਕੁਲ ਉਹ ਸਮਾਜ ਅਸੀਂ ਉਸਾਰੀਏ, ਅਸੀਂ ਬੰਦੇ ਬਣ ਕੇ ਰਹੀਏ। ਅਸੀਂ ਮੁਸਲਮਾਨ, ਹਿੰਦੂ, ਸਿੱਖ, ਈਸਾਈ, ਯਹੂਦੀ, ਅਸੀਂ ਬਤੌਰ ਇਨਸਾਨ ਇੱਕ ਦੂਸਰੇ ਨੂੰ ਕਬੂਲੀਏ। ਅਸੀਂ ਹੁਣ ਤੱਕ ਇਨਸਾਨ ਦੇ ਤੌਰ 'ਤੇ ਕਬੂਲੇ ਹੀ ਨਹੀਂ ਹੈ। ਉਹ ਇੱਥੇ ਫਲਾਣੇ ਦੋ ਇਹ ਮਰ ਗਏ, ਫਲਾਣੇ ਦੋ ਇਹ ਮਰ ਗਏ, ਉਹ ਬੰਦਾ ਨੂੰ ਵੇਖਿਆ ਹੀ ਨਹੀਂ, ਬੰਦਾ ਵੀ ਸੀ ਉਹ ਕਿਸੇ ਇਸੇ ਤਰ੍ਹਾਂ ਜਿਵੇਂ ਅਸੀਂ ਜੰਮੇ ਹਾਂ, ਉਹ ਵੀ ਕਿਸੇ ਮਾਂ ਦੇ ਪੁੱਤਰ ਹੈ, ਇਸ ਧਰਤੀ ਦਾ ਪੁੱਤਰ ਹੈ। ਲੇਕਿਨ ਇੱਥੇ ਇਨਸਾਨਾਂ ਦੇ ਉਹ ਵੰਡੀਆਂ ਪਾਈਆਂ। ਮੈਂ ਇਹਨਾਂ ਵੰਡੀਆਂ ਪਾਉਣ ਵਾਲਿਆਂ ਦੇ ਵਿੱਚ ਵੀ, ਇਨਸਾਨਾਂ ਦੇ ਵਿੱਚ ਵੰਡੀਆਂ, ਰੱਬ ਦੇ ਵਿੱਚ ਵੰਡੀਆਂ ਪਾਉਣ ਵਾਲਿਆਂ ਦੇ ਵੀ ਖਿਲਾਫ ਆ। ਬਿਲਕੁਲ ਠੀਕ। ਔਰ ਜਿਵੇਂ ਉਹਦਾ ਮਾਂ ਦਾ ਕਿਰਦਾਰ ਕਹਿੰਦਾ ਨਾ, ਪਾਵਲ ਵਿਲਾਸੋਫ ਸ਼ੈਕੋਫ, ਕਿ ਅਸੀਂ ਉਸ ਖੁਦਾ ਦੇ ਖਿਲਾਫ ਹੈਗੇ ਹਾਂ ਜਿਹੜਾ ਤਕਸੀਮ ਕਰਦਾ ਲੋਕਾਂ ਨੂੰ, ਔਰ ਮਾਂ ਤੇਰੇ ਖੁਦਾ ਦੇ ਖਿਲਾਫ ਨਹੀਂ ਹੈਗਾ ਜਿਹੜਾ ਮੁਸ਼ਫਿਕ ਹੈਗਾ। ਅੱਛਾ ਵੀ ਮੈਂ ਤੁਹਾਨੂੰ ਦੱਸਦਾ ਜਾਵਾਂ ਕਿ ਅਫਜ਼ਲ ਸਾਹਿਰ ਸਾਹਿਬ ਦਾ ਤਾਲੁਕ ਫੈਸਲਾਬਾਦ ਤੋਂ, ਫੈਸਲਾਬਾਦ ਕਹਿਣਾ ਵੀ ਸ਼ਾਇਦ ਜ਼ਰਾ ਮੁਸ਼ਕਿਲ ਹੋਵੇ, ਇੱਥੇ ਲੈਲਪੁਰ ਤੋਂ ਤਾਲੁਕ ਹੈਗਾ। ਔਰ ਲੈਲਪੁਰ ਦੀ ਮਿੱਟੀ ਦੇ ਵਿੱਚ ਚਾਸ਼ਨੀ ਔਰ ਸ਼ੀਰੀਨੀ ਜੋ ਹੈ ਉਹ ਇਹਨਾਂ ਦੇ ਲਬੋ ਲਹਿਜੇ ਦੇ ਵਿੱਚ ਵੀ ਹੈ, ਇਹਨਾਂ ਦੇ ਖਿਆਲਾਤ ਦੇ ਵਿੱਚ ਵੀ ਹੈ। ਅਤੇ ਉਹਦੇ ਉੱਤੇ ਜ਼ਿਆਦਾ ਗੱਲ ਨਹੀਂ ਅਸੀਂ ਕਰ ਸਕੇ। ਇਹਨਾਂ ਦਾ ਸੈਂਸ ਆਫ ਹਿਊਮਰ, ਇਹਨਾਂ ਦੀ ਵਿਟ, ਇਹਨਾਂ ਦੀ ਜ਼ਹਾਨਤ ਔਰ ਬਰਜਸਤਗੀ, ਸਪੌਂਟੈਨਿਟੀ ਆਪਣੀ ਮਿਸਾਲ ਆਪ ਹੈ। ਅਸੀਂ ਕਿਸੇ ਹੋਰ ਐਪੀਸੋਡ ਦੇ ਵਿੱਚ ਉਹ ਵੀ ਤੁਹਾਡੇ ਸਾਹਮਣੇ ਪੇਸ਼ ਕਰਾਂਗੇ। ਵੈਸੇ ਤਾਂ ਤੁਸੀਂ ਸੁਣਦੇ ਰਹਿੰਦੇ ਹੋ ਜ਼ਾਹਿਰ, ਉਹਨੂੰ ਰੇਡੀਓ ਤੋਂ ਸੁਣਦੇ ਹੋ, ਲੇਕਿਨ ਜੋ ਇੱਕ ਮਹਿਫਿਲ ਦੇ ਵਿੱਚ ਜਿਸ ਤਰ੍ਹਾਂ ਇਹ ਖੁੱਲ੍ਹ ਕੇ ਗੱਲ ਕਰਦੇ ਨੇ, ਉਹ ਇਹਨਾਂ ਦਾ ਆਪਣੇ ਖਾਸਾ ਹੈ। ਫਿਰ ਕਦੀ ਕਰਾਂਗੇ ਉਹ ਗੱਲ। ਅੱਛਾ, ਕੋਈ ਰੋਮਾਂਟਿਕ ਆਪਣੀ ਨਜ਼ਮ ਜਾਂ ਗਜ਼ਲ 'ਤੇ ਸੁਣਾਓ ਨਾ ਸਰ। ਆ ਸੱਚੀਏ ਰਲ ਗੱਲਾਂ ਕਰੀਏ। ਵਾਹ, ਆ ਸੱਚੀਏ ਰਲ ਗੱਲਾਂ ਕਰੀਏ, ਮਨ ਮਚੀਏ ਰਲ ਗੱਲਾਂ ਕਰੀਏ, ਮਨ ਮਚੀਏ ਰਲ ਗੱਲਾਂ ਕਰੀਏ। ਕਿਹੜੀ ਗੱਲ? ਲੱਲ ਵਲਲੀਆਂ ਗੱਲਾਂ ਵਿੱਚੋਂ ਕਿਹੜੀ ਗੱਲ? ਲੱਲ ਵਲਲੀਆਂ ਗੱਲਾਂ ਵਿੱਚੋਂ ਕਿਹੜੀ ਗੱਲ? ਤੇ ਅੰਦਰ ਵਗਦੇ ਝੱਲਾਂ ਵਿੱਚੋਂ ਕਿਹੜੀ ਗੱਲ? ਅੰਦਰ ਵਗਦੇ ਝੱਲਾਂ ਵਿੱਚੋਂ ਕਿਹੜੀ ਗੱਲ? ਜਨਮੋਂ ਜਨਮੀ ਖੇਡਣ ਵਾਲੀ ਰੂਹ ਦੀ ਗੱਲ। ਆਹ, ਜਨਮੋਂ ਜਨਮੀ ਖੇਡਣ ਵਾਲੀ ਰੂਹ ਦੀ ਗੱਲ। ਤੇਰੀ ਮੇਰੀ ਹਿੱਕ 'ਚ ਲੱਗੀ ਧੂ ਦੀ ਗੱਲ। ਆਹ, ਤੇਰੀ ਮੇਰੀ ਹਿੱਕ 'ਚ ਲੱਗੀ ਧੂ ਦੀ ਗੱਲ। ਗੱਲ ਜੋ ਸਾਡੇ ਜੀਵਨ ਦਾ ਸਰਨਾਹ ਹੋਵੇ, ਗੱਲ ਜੋ ਸਾਡੇ ਜੀਵਨ ਦਾ ਸਰਨਾਹ ਨਾ ਹੋਵੇ, ਗੱਲ ਜੋ ਸਾਡੇ ਜੀਵਨ ਦਾ ਸਰਨਾਹ ਹੋਵੇ, ਰੂਹ ਦੇ ਵਿਹੜੇ ਉੱਗੇ ਰੁੱਖ ਦੀ ਛਾਂ ਹੋਵੇ, ਸੀਨੇ ਧੁਖਦੀ ਧੂਣੀ ਦਾ ਕੋਈ ਨਾ ਹੋਵੇ, ਨਾ ਨਾ ਕਰਦੀ ਚੁੱਪ ਸਦੀ ਵੀ ਹਾਂ ਹੋਵੇ, ਤੇ ਮੁੱਕਦੇ ਜਾਂਦੇ ਸਾਹ ਨੂੰ ਸੁੱਖ ਸੁਨਾ ਹੋਵੇ, ਮੁੱਕਦੇ ਜਾਂਦੇ ਸਾਹ, ਇੱਕ ਟੱਪਰੀ ਦਾ ਜੀਵਨ ਧਰਤ ਗਰਾਂ ਹੋਵੇ, ਤੇ ਚੰਨ ਸੂਰਜ ਦੀ ਇੱਕ ਦੂਜੇ ਹੱਥ ਬਾਂਹ ਹੋਵੇ, ਤੇ ਜੰਮ ਜੰਮ ਲਾਈਏ ਤਾਰੀ ਇਸ਼ਕ ਚ ਨਾ ਹੋਵੇ। ਵਾਹ। ਤੇ ਇਸ਼ਕ ਸਾਡੇ ਜੀਵਨ ਦਾ ਸਰਨਾਹ ਹੋਵੇ। ਵਾਹ, ਸਰਨਾਹ ਮਤਲਬ ਟਾਈਟਲ। ਹਾਂ।
ਆ ਸੱਚੀਏ ਰਲ ਗੱਲਾਂ ਆ ਸੱਚੀਏ ਰਲ ਗੱਲਾਂ ਮਨ ਮੱਚੀਏ ਰਲ ਗੱਲਾਂ ਮਨ ਮਚੀਏ ਰਲ ਗੱਲਾਂ ਆ ਜੀਵਨ ਦਾ ਲੇਖਾ ਭਰੀ वाह बहुत खूबसूरत बहुत आला बहुत आला ਪਤਾ ਨਹੀਂ ਕਿਵੇਂ ਬਸ ਤੁਸੀਂ ਸੁਣ ਲਈ ਅੱਜ बहुत खूबसूरत सर थैंक यू सो मच तुसी बड़ा वक्त कढ़िया है और मिलते रहांगे और अगली बारी ਤੁਹਾਡੀ ਜਿਹੜੀ ਹਿੱਸੇ ਲਤਾਫਤ ਹੈ ਹਿੱਸੇ ਮਜ਼ਾ ਹੈ ਜੋ ਕਿ ਇੱਕ ਲਾਲਪੁਰੀ ਹੋਣ ਦੇ ਨਾਤੇ ਵੀ ਔਰ ਵੈਸੇ ਵੀ ਜ਼ਾਹਿਰ ਹੈ ਤੁਸੀਂ ਮਾਸ਼ਾਅੱਲਾ ਇਹਨਾਂ ਕਸਬੇ ਫੈਜ਼ ਕੀਤਾ ਹੈ ਆਪਣੇ ਉਹ ਕੂਟ ਕੇ ਭਰੀ ਹੋਈ ਹੈ ਤੁਹਾਡੇ ਹਾਂਜੀ ਹਾਂਜੀ ਕੂਟ ਕੇ ਉਹਨੂੰ ਅਸੀਂ बाहर वो नहीं सी वो इनको अल्लामा इकबाल के अंदर हम प्राइमरी में पढ़ा करते थे और जज्बा इल्म को कूट कर भरा हुआ है हमारे अंदर वो जो आप कह रहे हैं वो कूट के भरा हुआ है कूट कर भरा हुआ है वो ਅਸੀਂ अगली बारी कढ़ने हम वादा इनसे करवा लेंगे आज ही कि अगली मुलाकात में इंशाल्लाह वो कूट के भरी हुई चीज़ वो आपके बाहर निकालेंगे थैंक यू सो मच बहुत शुक्रिया नवाजिश